ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ, ਚੁੱਗਾ ਤੱਕ ਕਾਫਲੇ ਆਉਂਦੇ ਰਹਿਣਗੇ, ਜੋ ਮੇਰੇ ਪਿੱਛੇ ਗਵਾਹ ਬਣਦੇ ਨੇ। ਸੋ ਇਹ ਜਦੋਂ ਕੋਈ ਵੈਬੀਨਾਰ ਹੋਵੇ, ਸੈਮੀਨਾਰ ਹੋਵੇ, ਉੱਥੇ ਅਸੀਂ ਇਹ ਪੰਕਤੀਆਂ ਸੁਣਦੇ ਹਾਂ। ਤੇ ਸਰ ਨੇ ਅਨੇਕਾਂ ਹੀ ਜੋ ਖੇਤਰਾਂ ਦੇ ਵਿੱਚ ਕੰਮ ਕਰਕੇ ਪੰਜਾਬੀ ਵਿਰਸੇ ਨੂੰ, ਪੰਜਾਬੀ ਸਾਹਿਤ ਨੂੰ ਕਾਫੀ ਉੱਚਾ ਚੁੱਕਿਆ ਹੈ। ਤੇ ਅੱਜ ਕੱਲ੍ਹ ਦੇ ਸਮੇਂ ਉਹ ਪੰਜਾਬ ਕਲਾ ਪ੍ਰੀਸ਼ਦ ਦੇ ਨਾਲ ਵੀ ਜੁੜੇ ਹੋਏ ਨੇ ਐਜ਼ ਅ ਚੇਅਰਪਰਸਨ। ਸਰ ਨੂੰ ਅਨੇਕਾਂ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਵੀ ਮਿਲ ਚੁੱਕੇ ਨੇ, ਜਿਨ੍ਹਾਂ ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ, ਪਦਮ ਸ਼੍ਰੀ, ਸਰਸਵਤੀ ਸਨਮਾਨ ਅਤੇ ਅਨੇਕਾਂ ਹੀ ਫੈਲੋਸ਼ਿਪ, ਜੋ ਉਹਨਾਂ ਦੇ ਇਸ ਬਹੁਮੁਖੀ ਵਡਮੁੱਲੀ ਜੋ ਉਹਨਾਂ ਦਾ ਕੰਟਰੀਬਿਊਸ਼ਨ ਹੈ, ਉਸ ਦੇ ਬਾਰੇ ਵਿੱਚ ਸਾਨੂੰ ਯਾਦ ਦਿਵਾਉਂਦੇ ਨੇ। ਮੈਂ ਬਹੁਤਾ ਜ਼ਿਆਦਾ ਸਮਾਂ ਨਹੀਂ ਲਵਾਂਗਾ, ਕਿਉਂਕਿ ਟੌਪਿਕ ਵੀ ਬੜਾ ਸੈਂਸਿਟਿਵ ਹੈ ਤੇ ਸਰ ਦਾ ਸਮਾਂ ਵੀ ਬਹੁਤ ਸੀਮਤ ਹੈ ਉਹਨਾਂ ਕੋਲ। ਸੋ ਮੈਂ ਹੁਣ ਸਰ ਨੂੰ ਬੇਨਤੀ ਕਰਦਾ ਕਿ ਜੋ ਕਿਸਾਨੀ ਸੰਘਰਸ਼ ਹੈ, ਕਿਸਾਨੀ ਸੰਘਰਸ਼ ਦੇ ਵਿੱਚ ਸਾਹਿਤ ਨੇ ਕਿਵੇਂ ਆਪਣੀ ਭੂਮਿਕਾ ਅਦਾ ਕੀਤੀ ਹੈ, ਚਾਹੇ ਉਹ ਕਵਿਤਾ ਦੀ ਫਾਰਮ ਦੇ ਵਿੱਚ ਹੋਵੇ ਜਾਂ ਉਹ ਗੀਤਾਂ ਦੇ ਜ਼ਰੀਏ ਹੋਵੇ। ਜੋ ਅਸੀਂ ਵੇਖਦੇ ਹਾਂ ਕਿਤੇ ਨਾ ਕਿਤੇ ਸਾਹਿਤ ਸਾਡੇ ਅੰਦਰ ਜਦੋਂ ਚਲਾ ਜਾਂਦਾ ਤੇ ਉਹਦਾ ਰਿਜ਼ਲਟ ਅਸੀਂ ਵੇਖਦੇ ਹਾਂ ਕਿ ਕਿਵੇਂ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਜਾਂ ਹੋਰ ਜਿੰਨੇ ਵੀ ਬਾਰਡਰ ਨੇ ਜਿੱਥੇ ਕਿਸਾਨ ਇਸ ਵੇਲੇ ਮੌਜੂਦ ਨੇ, ਗਾਜ਼ੀਪੁਰ ਬਾਰਡਰ ਹੋਵੇ, ਉੱਥੇ ਪਹੁੰਚੇ ਹੋਏ ਨੇ। ਸੋ ਸਾਹਿਤ ਇੱਕ ਤਰ੍ਹਾਂ ਦੇ ਨਾਲ ਇੱਕ ਡਰਾਈਵਿੰਗ ਫੋਰਸ ਦਾ ਵੀ ਕੰਮ ਕਰਦਾ ਹੈ। ਸੋ ਮੈਂ ਸਰ ਨੂੰ ਬੇਨਤੀ ਕਰਦਾ ਕਿ ਇਸ ਸੰਘਰਸ਼ ਦੇ ਬਾਰੇ ਵਿੱਚ ਅਤੇ ਸਾਹਿਤ ਦੀ ਭੂਮਿਕਾ ਦੇ ਬਾਰੇ ਵਿੱਚ ਜੋ ਵੀ ਉਹਨਾਂ ਦੇ ਵਿਚਾਰ ਨੇ, ਸਾਡੇ ਜਿੰਨੇ ਵੀ ਜੁੜੇ ਹੋਏ ਨੇ, ਉਹਨਾਂ ਨੂੰ ਦੇਣ। ਸੋ ਮੈਂ ਸਰ ਦਾ ਸਵਾਗਤ ਵੀ ਕਰਦਾ ਤੇ ਸਰ ਨੂੰ ਬੇਨਤੀ ਕਰਦਾ ਕਿ ਸਰ ਆਪਣੇ ਵਿਚਾਰ ਪੇਸ਼ ਕਰਨ। बहुत प्यारे दोस्तों, मोतबर, दानिश्वर, कलाकार, कवि, जो सब आप जी इत्थे इकत्तर हो, जिन्होंने मैं देख सकदा, शायद कई चेहरे नहीं देख सकदा, तो सारिਆਂ ਨੂੰ मैं अपना प्यार और सत्कार अर्पित करदा। तो ਸਾਹਿਤ ਦੀ ਭੂਮਿਕਾ ਜ਼ਿੰਦਗੀ ਵਿੱਚ, ਅੰਦੋਲਨਾਂ ਵਿੱਚ, ਦੁੱਖ ਸੁੱਖ ਵਿੱਚ ਬਹੁਤ ਵੱਡੀ ਭੂਮਿਕਾ ਹੈ। ਜੇ ਅਸੀਂ ਬਹੁਤ ਵਿਸ਼ਾਲ ਦ੍ਰਿਸ਼ਟੀ ਦੇਖੀਏ ਤਾਂ ਅਸੀਂ ਸਮਝਦੇ ਹਾਂ ਕਿ ਇੱਕ ਤਾਂ ਇਹ ਆ ਜੋ ਅਸੀਂ ਦੁਨਿਆਵੀ ਸਾਹਿਤ ਲਿਖ ਰਹੇ ਹਾਂ, ਇੱਕ ਸਾਹਿਤ ਉਹ ਵੀ ਹੈ ਜਿਹਨੂੰ ਅਸੀਂ ਇਲਾਹੀ ਸਾਹਿਤ ਕਹਿੰਦੇ ਹਾਂ, ਗੁਰਬਾਣੀ ਕਹਿੰਦੇ ਹਾਂ, ਜਾਂ ਸੂਫੀਆਂ ਦਾ ਕਲਾਮ ਕਹਿੰਦੇ ਹਾਂ। ਤੋ ਇੱਕ ਤਰ੍ਹਾਂ ਜਿਵੇਂ ਅਸੀਂ ਕਹਿੰਦੇ ਕਿ ਸ਼ਬਦ ਨੇ ਦੁਨੀਆ ਨੂੰ ਥੰਮਿਆ ਹੋਇਆ, ਕਿ ਜਦੋਂ ਅਸੀਂ ਨੇਚਰ ਤੋਂ ਕਲਚਰ 'ਚ ਆਉਂਦੇ ਹਾਂ ਤਾਂ ਸ਼ਬਦ ਸਭ ਤੋਂ ਵੱਧ ਅਹਿਮ ਚੀਜ਼ ਹੈ, ਕਿ ਸ਼ਬਦਾਂ ਨੇ ਰਿਸ਼ਤਿਆਂ ਦੇ ਨਾਂ ਰੱਖੇ, ਸ਼ਬਦਾਂ ਨੇ ਹੀ ਵਰਜਣਾ ਕਿ ਇਹ ਕਰਨਾ, ਇਹ ਨਹੀਂ ਕਰਨਾ, ਔਰ ਸ਼ਬਦਾਂ ਨੇ ਸਾਨੂੰ ਦੁੱਖ ਸੁੱਖ 'ਚ ਹੌਸਲਾ, ਜੇ ਮਾਵਾਂ ਨੇ ਬੁਲਾਉਣਾ, ਪਿਤਾ ਨੇ ਝਿੜਕਣਾ, ਤੋ ਉਹਦੇ ਲਈ ਸ਼ਬਦ ਸਭ ਤੋਂ ਵੱਡੀ ਚੀਜ਼ ਹੈ। ਨਿੱਕੀ ਤੋਂ ਨਿੱਕੀ ਸਾਡੀ ਸੂਚਨਾ ਤੋਂ ਲੈ ਕੇ ਫਲਸਫਿਆਂ ਤੱਕ ਜੋ ਸ਼ਬਦ ਦੀ, ਸਾਹਿਤ ਦੀ ਇੱਕ ਬਹੁਤ ਵੱਡੀ ਭੂਮਿਕਾ ਅਸੀਂ ਮੰਨਦੇ ਹਾਂ। ਤੋ ਮੈਂ ਕਦੇ ਕਿਹਾ ਸੀ ਕਿ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਐ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨਹੀਂ। ਕਿ ਜੋ ਅਸੀਂ ਜਾਣਦੇ ਹਾਂ ਕਿ ਸਾਨੂੰ ਦੁੱਖ ਵਿੱਚ ਕਿਸੇ ਦੇ ਸ਼ਬਦ, ਬੇਸ਼ੱਕ ਉਹ ਦੁੱਖ ਵੰਡਾਉਣ ਵਾਲੇ ਹੋਣ, ਹੌਸਲਾ ਦੇਣ ਵਾਲੇ ਹੋਣ, ਜਾਂ ਕੋਈ ਇਤਿਹਾਸ ਦੀ ਗੱਲ ਸੁਣਾਉਣੀ ਹੋਵੇ, ਤੋ ਸਾਨੂੰ ਕਿੰਨਾ ਵੱਡਾ ਸਹਾਰਾ ਜੋ ਸ਼ਬਦ ਦਿੰਦੇ ਆ। ਤੋ ਸ਼ਾਇਦ ਅਸੀਂ ਕਈ ਵਾਰੀ ਕਿ ਗੀਤ ਅੱਗੇ ਅੱਗੇ ਤੁਰਦਾ, ਕਿ ਘਟਨਾਵਾਂ ਅੱਗੇ ਤੁਰਦੀਆਂ, ਗੀਤ ਪਿੱਛੇ ਤੁਰਦਾ। ਇਹਨਾਂ 'ਚ ਇੱਕ ਰਿਸ਼ਤਾ ਹੈ ਕਿ ਕਈ ਬਹੁਤ ਕੁਛ ਹੈ, ਜਿਵੇਂ ਅਸੀਂ ਚਲੋ ਇਤਿਹਾਸ ਨੂੰ ਲੈ ਲਈਏ, ਆਪਣੇ ਇਤਿਹਾਸ ਨੂੰ, ਤਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਬਾਣੀ ਵਿੱਚ ਪਹਿਲਾਂ ਇਹ ਸ਼ਬਦ ਆਉਂਦੇ ਆ ਕਿ ਜਿੱਥੇ ਉਹ ਕਹਿੰਦੇ ਆ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਤੋ ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਾ ਕੀਜੈ। ਕਿ ਇੱਕ ਤਰ੍ਹਾਂ ਕਿ ਉਹ ਉਹਨਾਂ ਦੇ ਵੇਲਿਆਂ 'ਚ ਜੋ ਬਾਅਦ 'ਚ ਯਾਨੀ ਸਿੱਖ ਇਤਿਹਾਸ ਨੇ, ਗੁਰੂ ਇਤਿਹਾਸ ਨੇ
ਮੋੜ ਕੱਟਿਆ। ਤੋਂ ਅਸੀਂ ਸਮਝਦੇ ਹਾਂ ਕਿ ਇੱਕ ਉਸ ਵੇਲੇ ਜੋ ਸ਼ਬਦ ਸੀਗੇ ਉਹ ਇੱਕ ਚੀਜ਼ ਲਈ ਸਾਡੇ ਮਨਾਂ ਨੂੰ ਤਿਆਰ ਕਰ ਰਹੇ ਸੀਗੇ। ਔਰ ਕਿਸੇ ਨੇ ਵੀ ਕਿਹਾ ਵੀ ਅਸੀਂ ਸਿਰਫ ਅੰਨ ਪਾਣੀ ਨਾਲ ਨਹੀਂ ਪਲਦੇ, ਅਸੀਂ ਬੋਲ ਬਾਣੀ ਨਾਲ ਵੀ ਪਲਦੇ ਹਾਂ। ਕਿ ਅਸੀਂ ਕਿਹੋ ਜਿਹੇ ਸਾਨੂੰ ਬੋਲ ਰੋਜ਼ ਅਸੀਂ ਸੁਣਦੇ ਹਾਂ, ਸਾਡੇ ਮਾਂ-ਬਾਪ ਸਾਨੂੰ ਕੀ ਕਹਿੰਦੇ ਆ, ਉਹ ਬੋਲ ਬਾਣੀ ਜਿਹੜੀ ਆ ਉਹ ਵੀ ਅੰਨ ਪਾਣੀ ਜਿੰਨੀ ਹੀ ਇੰਪੋਰਟੈਂਟ ਆ, ਬਲਕਿ ਸੱਭਿਆਚਾਰਕ ਤੌਰ ਤੇ ਉਹ ਅੰਨ ਪਾਣੀ ਨਾਲੋਂ ਵੀ ਜ਼ਿਆਦਾ ਅਹਿਮ ਆ ਉਸ ਗੱਲ ਦੀ ਕਿ ਅਸੀਂ ਕੀ ਕੀ ਉਹਨਾਂ ਨੂੰ ਕਹਿੰਦੇ ਆ ਜਾਂ ਉਹ ਕੀ ਪੜ੍ਹਦੇ ਆ। ਔਰ ਸਾਡਾ ਮਨ ਜਿਹੜਾ ਉਹ ਜਦੋਂ ਵੀ ਕਹਿੰਦੇ ਕਿ ਆਪਾਂ ਕਹਿੰਦੇ ਕਿ ਮਨ ਨੀਵਾਂ ਮਤ ਉੱਚੀ, ਤੋਂ ਮਤਲਬ ਇਹੀ ਹੈ ਕਿ ਮਨ ਹੈਗਾ ਜਿਹੜੀਆਂ ਤੁਹਾਡੀਆਂ ਸਾਨੂੰ ਕੁਦਰਤ ਵੱਲੋਂ ਪ੍ਰਵਿਰਤੀਆਂ ਮਿਲੀਆਂ ਉਹਨਾਂ ਦਾ, ਜਾਂ ਸਾਡੇ ਮਨ 'ਚ ਜਿਹੜੀ ਮੱਤ ਹੈ ਉਹ ਅਸੀਂ ਇੱਕ ਬਣਾਉਣੇ ਆ ਆਪਣੇ ਲਈ ਕਿ ਅਸੀਂ ਇੱਦਾਂ ਕਰਨਾ, ਇੱਦਾਂ ਨਹੀਂ ਕਰਨਾ। ਜਾਂ ਅਸੀਂ ਜਿਵੇਂ ਕਹਿੰਦੇ ਵੀ ਮਨ ਨੂੰ ਗੁਰੂ ਸਾਹਿਬ ਨੇ ਜੋਤ ਸਰੂਪ ਵੀ ਕਿਹਾ ਤੇ ਪਰ ਉਹਨੂੰ ਮਨ ਮੂਰਖ ਵੀ ਕਿਹਾ। ਸੋ ਜਿਹੜੀ ਮਨ ਵਿੱਚ ਉੱਪਰ ਚੜ੍ਹਨ ਦੀ ਔਰ ਥੱਲੇ ਲੈਣ ਦੀ ਅਸੀਮ ਸਮਰੱਥਾ, ਉਹ ਸਮਰੱਥਾ ਵਿੱਚ ਸ਼ਬਦ ਤੇ ਸਾਹਿਤ ਦਾ ਬਹੁਤ ਵੱਡਾ ਰੋਲ ਹੈ। ਉਹ ਗੀਤ ਹੋਣ, ਉਹ ਨਜ਼ਮਾਂ ਹੋਣ, ਕਹਾਣੀਆਂ ਹੋਣ, ਲੋਕ ਗੀਤ ਹੋਣ, ਕਿ ਉਹ ਸਾਰੇ ਦਾ ਉਹਦੇ ਵਿੱਚ ਬਹੁਤ ਵੱਡਾ ਮੈਂ ਸਮਝਦਾ ਕਿ ਉਹਦੇ ਵਿੱਚ ਰੋਲ ਹੁੰਦਾ। ਸੋ ਇਸ ਅੰਦੋਲਨ 'ਚ ਵੀ ਆਪਾਂ ਦੇਖਦੇ ਹਾਂ ਕਿ ਜੋ ਸ਼ਬਦ ਹੈ ਜਾਂ ਨਜ਼ਮਾਂ ਨੇ ਉਹ ਬਹੁਤ ਵੱਡਾ ਰੋਲ ਅਦਾ ਕਰਦੀਆਂ। ਉਹ ਬੇਸ਼ੱਕ ਆਪਾਂ ਸਮਝਣਾ ਹੋਵੇ ਉਸ ਚੀਜ਼ ਨੂੰ ਕਿ ਕਿਵੇਂ ਸਮਝਦੇ ਹਾਂ, ਤਾਂ ਜਦੋਂ ਅਸੀਂ ਇਸ ਅੰਦੋਲਨ ਨੂੰ ਦੇਖਦੇ ਹਾਂ ਤਾਂ ਅਸੀਂ ਉਹਨੂੰ ਪਰਿਭਾਸ਼ਿਤ ਕਿੱਦਾਂ ਕਰਦੇ ਹਾਂ ਕਿ ਸਾਡੇ ਮਨਾਂ 'ਚ ਉਹਦਾ ਕੀ ਅਸੀਂ ਦੇਖਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ। ਉਹ ਸਾਡੀ ਉਸ ਪੂਰੇ ਅੰਦੋਲਨ ਨੂੰ, ਉਸ ਸੰਘਰਸ਼ ਨੂੰ ਜੋ ਪਰਿਭਾਸ਼ਿਤ ਕਰਦੀ ਆ, ਉਹ ਸਾਹਿਤ ਆਪਣੇ ਆਪਣੇ ਤਰੀਕੇ ਨਾਲ ਕਰਦਾ। ਕਿ ਆਪਾਂ ਜੋ ਪਿਛਲੇ ਤੁਸੀਂ ਗੀਤ ਸਾਰੇ ਲੋਕਾਂ ਨੇ ਸੁਣੇ, ਜਾਂ ਇੱਥੋਂ ਤੱਕ ਕਿ ਜਿਹੜੇ ਅਸੀਂ ਭਾਸ਼ਣ ਵੀ ਸੁਣਦੇ ਹਾਂ ਆਪਣੇ ਆਗੂਆਂ ਦੇ, ਤਾਂ ਇਹ ਹੁੰਦਾ ਕਿ ਜਿਹੜੀ ਉੱਥੇ ਵੀ ਸਾਹਿਤ ਇੱਕ ਰੋਲ ਇੱਦਾਂ ਕਰਾ ਰਿਹਾ ਕਿ ਜਦੋਂ ਬੰਦਾ ਦੁੱਖ ਚੋਂ ਲੰਘਦਾ, ਕਿ ਹੁਣ ਤਾਂ ਸੁੱਖ 'ਚ ਵੀ ਬਹੁਤ ਬੰਦੇ ਨੂੰ ਲੋੜ ਪੈਂਦੀ ਹੈ ਸਾਹਿਤ ਦੀ, ਲੇਕਿਨ ਸਾਹਿਤ ਦੀ ਜ਼ਿਆਦਾ ਜ਼ਰੂਰਤ ਬੰਦਿਆਂ ਨੂੰ ਦੁੱਖ 'ਚ ਤੇ ਉਦਾਸੀ 'ਚ ਪੈਂਦੀ ਹੈ। ਕਿ ਉਸ ਵੇਲੇ ਉਹ ਮੈਂ ਸਮਝਦਾ ਕਿ ਉਹ ਇੱਕ ਜ਼ਿੰਦਗੀ ਦੀ ਜਿਹਨੂੰ ਕਹਿੰਦੇ ਕਿ ਅਸਤਿਤਵ ਹੋਂਦਵਾਦੀ ਸਟਰਗਲ ਚੋਂ ਲੰਘ ਰਹੇ ਹੁੰਦੇ ਆ, ਤੇ ਉੱਥੇ ਉਹ ਫਿਰ ਕਿਤੇ ਕੋਈ ਸੰਕੇਤ, ਕੋਈ ਇਸ਼ਾਰਾ, ਕੋਈ ਜਾਂ ਜਦੋਂ ਸਾਡੇ ਤੇ ਕੋਈ ਦੁੱਖ ਹੁੰਦਾ ਤੇ ਅਸੀਂ ਕਹਿੰਦੇ ਵੀ ਇਹ ਦੁੱਖ ਕਦੀ ਪਹਿਲਾਂ ਵੀ ਕਿਸੇ ਨੂੰ ਆਇਆ ਜਾਂ ਇਦਾਂ ਦਾ, ਫਿਰ ਅਸੀਂ ਜਾਂ ਤਾਂ ਆਪਣੇ ਗੁਆਂਢ ਚੋਂ ਲੱਭਦੇ ਹਾਂ, ਆਪਣੇ ਪਿੰਡ ਨਗਰ ਚੋਂ, ਉਦਾਂ ਜੇ ਉੱਥੋਂ ਨਾ ਲੱਭੇ ਫਿਰ ਅਸੀਂ ਇਤਿਹਾਸ ਚੋਂ ਲੱਭਦੇ ਹਾਂ, ਜੇ ਇਤਿਹਾਸ ਚੋਂ ਵੀ ਨਾ ਲੱਭੇ ਅਸੀਂ ਮਿਥਾਸ ਚੋਂ ਲੱਭਦੇ ਹਾਂ ਕਿ ਮਾਈਥੋਲੋਜੀ ਸਾਨੂੰ ਉਦਾਂ ਦਾ ਮਿਲੇ। ਉਹ ਸਾਨੂੰ ਉਹ ਵੀ ਇੱਕ ਸਾਹਿਤ ਹੀ ਆ। ਜ਼ਰੂਰੀ ਨਹੀਂ ਕਿ ਉਸ ਵੇਲੇ ਰਚਿਆ ਹੋਇਆ ਸਾਹਿਤ ਹੋਵੇ, ਸਾਨੂੰ ਪੁਰਾਣਾ ਸਾਹਿਤ ਵੀ, ਪੁਰਾਣਾ ਇਤਿਹਾਸ ਵੀ ਸਾਨੂੰ ਬਹੁਤ ਸ਼ਕਤੀ ਦਿੰਦਾ ਕਿ ਹਾਂ ਨਹੀਂ ਏਦਾਂ ਇੱਕ ਵਾਰ ਐ ਹੋਇਆ ਸੀ ਤੇ ਉਦੋਂ ਸਾਡੇ ਪੁਰਖਿਆਂ ਨੇ ਏਦਾਂ ਕੀਤਾ। ਤੇ ਉਹ ਸਾਹਿਤ ਵੀ ਰੋਲ ਅਦਾ ਕਰ ਰਿਹਾ ਹੁੰਦਾ, ਤੇ ਜਿਹੜਾ ਉਸ ਵੇਲੇ ਤਤਕਾਲੀ ਸਾਹਿਤ ਲਿਖਿਆ ਜਾ ਰਿਹਾ ਹੁੰਦਾ, ਉਹ ਵੀ ਇੱਕ ਬਹੁਤ ਵੱਡਾ ਸਹਾਰਾ ਸਾਡੇ ਲਈ ਬਣਦਾ। ਤੇ ਜਦੋਂ ਅਸੀਂ ਜਾਨੀ ਹੁਣ ਇਦਾਂ ਦੇਖਦੇ ਹਾਂ ਕਿ ਜਦੋਂ ਕਿਸਾਨ ਅੰਦੋਲਨ ਤੇ ਸਾਰਾ ਦਿਨ ਉੱਥੇ ਭਾਸ਼ਣ ਹੁੰਦੇ ਆ, ਤੇ ਉਹ ਭਾਸ਼ਣਾਂ ਵਿੱਚ ਵੀ ਜਾਨੀ ਗੱਲਾਂ ਵਿੱਚ ਵੀ ਸਾਹਿਤ ਹੁੰਦਾ, ਕਿਸੇ ਫਿਕਰੇ ਵਿੱਚ ਵੀ ਸਾਹਿਤ ਹੁੰਦਾ। ਕਈ ਵਾਰੀ ਜੋ ਅਸੀਂ ਦਿਨੇ ਆਮ ਗੱਲਾਂ ਵੀ ਕਰਦੇ, ਉਹ 'ਚ ਵੀ ਸਾਹਿਤ, ਸਾਡੀਆਂ ਕਹਾਵਤਾਂ 'ਚ, ਸਾਡੇ ਅਖਾਣਾਂ ਵਿੱਚ ਵੀ ਅਸੀਂ ਉਸ ਸਾਹਿਤ ਨੂੰ ਦੇਖਦੇ ਹਾਂ। ਔਰ ਮੈਂ ਜੇ ਆਪਣੀ ਨਿੱਜ ਦੀ ਉਦਾਹਰਨ ਲਵਾਂ, ਕਿਉਂਕਿ ਮੈਂ ਕੋਈ ਇਸ ਤਰ੍ਹਾਂ ਸਿਧਾਂਤਵਾਦੀ ਜਾਂ ਦਾਨਸ਼ਵਰ ਜਾਂ ਥਿਊਰੀ ਦਾ ਬੰਦਾ ਨਹੀਂ ਆ, ਮੈਂ ਇੱਕ ਕ੍ਰੀਏਸ਼ਨ ਦਾ ਜਾਂ ਕ੍ਰੀਏਟਿਵਿਟੀ ਦਾ ਬੰਦਾ ਆ। ਤਾਂ ਮੈਂ ਜਿਸ ਦਿਨ ਜਦੋਂ ਇਹੋ ਸ਼ੁਰੂ ਹੋਇਆ ਅੰਦੋਲਨ, ਤੇ ਮੈਨੂੰ ਇੱਕ ਜੋ ਪਹਿਲੀ ਗੱਲ ਮੇਰੇ ਮਨ ਨੂੰ ਆਈ ਵੀ ਅਸੀਂ ਕੀ ਹੋਇਆ ਕਿ ਇੰਨੇ ਤਰ੍ਹਾਂ ਦੇ ਲੋਕ, ਇੰਨੀ ਜਥੇਬੰਦੀਆਂ ਇਕੱਠੀਆਂ ਹੋ ਗਈਆਂ
ਤੇ ਮੈਨੂੰ ਖੁਸ਼ੀ ਇਦਾਂ ਹੋਈ ਕਿ ਪੰਜਾਬ ਕੋਲ ਬਹੁਤ ਦੇਰ ਤੋਂ ਕੋਈ ਸਾਂਝਾ ਸੁਪਨਾ ਨਹੀਂ ਸੀ, ਭਾਰਤ ਕੋਲ ਵੀ ਨਹੀਂ। ਕਿ ਜਦੋਂ ਸਾਡਾ ਬਚਪਨ ਸੀ ਜਾਂ ਜਵਾਨੀ ਸੀ, ਉਦੋਂ ਬਹੁਤ ਸਾਂਝੇ ਸੁਪਨੇ ਸੀਗੇ ਕਿ ਬੇਸ਼ੱਕ ਉਹ ਕ੍ਰਾਂਤੀ ਦਾ ਸੁਪਨਾ ਸੀ, ਬੇਸ਼ੱਕ ਉਹ ਸਮਾਜਵਾਦ ਦਾ ਸੁਪਨਾ ਸੀ, ਕਿ ਸਾਡੇ ਕੋਲ ਸਾਂਝੇ ਸੁਪਨੇ ਸੀ ਕਿ ਇਦਾਂ ਅਸੀਂ ਕਰਨਾ। ਲੇਕਿਨ ਸਾਡੇ ਹੁਣ ਇਹਨਾਂ ਦਿਨਾਂ ਤੱਕ ਆਉਂਦਿਆਂ ਸੀ ਦੇਖਿਆ ਕਿ ਇੱਕ ਆਪੋ ਤਾਪੀ ਮਚ ਗਈ, ਸਾਰਿਆਂ ਦੇ ਆਪੋ ਆਪਣੇ ਸੁਪਨੇ ਹੋ ਗਏ ਕਿ ਮੇਰੇ ਬੱਚੇ, ਮੇਰੀਆਂ ਧੀਆਂ, ਮੇਰਾ ਘਰ, ਕਿ ਇੱਕ ਜੋ ਸਾਂਝਾ ਸੁਪਨਾ ਸੀ ਉਹ ਗੁੰਮ ਹੋ ਗਿਆ। ਕਿ ਅਸੀਂ ਜਿੱਦਾਂ ਅਸੀਂ ਕਹਿੰਦੇ ਹਾਂ ਅਸੀਂ ਧਾਰਮਿਕ ਸਥਾਨ ਤੇ ਜਾ ਕੇ ਵੀ ਕੀ ਮੰਗਦੇ ਹਾਂ, ਕਿ ਅਸੀਂ ਕਹਿੰਦੇ ਵੀ ਸਾਨੂੰ, ਅਸੀਂ ਇਸ ਦੁੱਖ 'ਚ ਹਾਂ, ਇਹ 'ਚੋਂ ਸਾਨੂੰ ਕੱਢੋ, ਜਾਂ ਸਾਨੂੰ ਇਹ ਚੀਜ਼ਾਂ ਚਾਹੀਦੀਆਂ, ਕਿ ਇੱਕ ਉੱਥੇ ਇਹ ਮੰਗਣ ਲਈ ਕਿ ਸਾਨੂੰ ਸਤਿਗੁਰੂ ਸਿਦਕ ਦਿਓ, ਸਾਨੂੰ ਸੱਚ ਲਈ ਲੜਨ ਦਾ ਹੌਸਲਾ ਦਿਓ। ਇੱਦਾਂ ਦੇ ਬਹੁਤ ਬਹੁਤ ਘੱਟ ਲੋਕ ਹੋਣਗੇ ਜੋ ਇਹ ਚੀਜ਼ ਮੰਗਦੇ ਹੋਣਗੇ। ਲੇਕਿਨ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਉਦੋਂ ਮੈਂ ਜੋ ਪਹਿਲੀਆਂ ਮਤਲਬ ਮੇਰੇ ਮਨ 'ਚ ਸਤਰਾਂ ਆਈਆਂ ਉਹ ਇਹ ਸੀ ਕਿ ਮੈਂ ਤੂੰ ਤੂੰ ਕਰਦੇ ਸੀ, ਅਸੀਂ ਅੱਜ ਅਸੀਂ ਹਾਂ ਹੋਏ, ਕਿ ਅਸੀਂ ਮੈਂ ਤੂੰ ਤੂੰ ਤੋਂ ਅਸੀਂ ਬਣ ਗਏ। ਸੋ ਅਸੀਂ ਬੰਦਾ ਬਹੁਤ ਵਾਰੀ ਬਣਦਾ। ਅੱਗੇ ਮੈਂ ਕਿਹਾ ਕਿ ਮੈਂ ਤੂੰ ਕਰਦੇ ਸੀ, ਅਸੀਂ ਅੱਜ ਅਸੀਂ ਹਾਂ ਹੋਏ, ਇਸ ਅਸੀਂ ਨੂੰ ਸਾਂਭ ਕੇ ਰੱਖਣਾ, ਅਸੀਂ ਮਸੀਂ ਅਸੀਂ ਹਾਂ ਹੋਏ। ਕਿ ਅਸੀਂ ਬੜੀ ਮੁਸ਼ਕਲ ਨਾਲ ਅਸੀਂ ਹੋਏ ਹਾਂ, ਇਸ ਅਸੀਂ ਨੂੰ ਸਾਂਭ ਕੇ ਰੱਖਣਾ। ਪਰ ਦੂਸਰਾ ਖਿਆਲ ਮੇਰੇ ਮਨ 'ਚ ਇਹ ਵੀ ਆਇਆ ਵੀ ਜਿਹੜੇ ਜਦੋਂ ਅਸੀਂ ਬਣਦੇ ਆ ਤੇ ਹਮੇਸ਼ਾ ਅਸੀਂ ਨੈਗੇਟਿਵ ਪੋਜ਼ਿਟਿਵਲੀ ਨਹੀਂ ਬਣਦੇ, ਕਈ ਵਾਰ ਅਸੀਂ ਨੈਗੇਟਿਵਲੀ ਵੀ ਅਸੀਂ ਬਣਦੇ ਹਾਂ। ਜਿਵੇਂ ਅਸੀਂ ਕਹਿੰਦੇ ਕਿ ਅਸੀਂ ਮੁਸਲਮਾਨ, ਅਸੀਂ ਹਿੰਦੂ, ਅਸੀਂ ਸਿੱਖ, ਉਹ ਵੀ ਇੱਕ ਅਸੀਂ ਆ। ਕਿ ਜਦੋਂ ਅਸੀਂ ਆਪਣੇ ਆਪ ਨੂੰ ਇਦਾਂ ਨਿਖੇੜ ਲੈਂਦੇ ਹਾਂ ਕਿ ਸਿਰਫ ਇੱਕ ਧਰਮਦਾਰ, ਤੇ ਉਹ ਵੀ ਅਸੀਂ ਹੁੰਦੀ, ਪਰ ਉਹ ਅਸੀਂ ਉਸ ਅਸੀਂ ਨੂੰ ਅਸੀਂ ਮੁਕੱਦਸ ਨਹੀਂ ਕਹਿ ਸਕਦੇ। ਕਿ ਮੈਂ ਫਿਰ ਤੀਜੀ ਲਾਈਨ ਇਹ ਹੈ ਕਿ ਮੈਂ ਤੂੰ ਕਰਦੇ ਸੀ, ਅਸੀਂ ਅੱਜ ਅਸੀਂ ਹਾਂ ਹੋਏ, ਇਸ ਅਸੀਂ ਨੂੰ ਸਾਂਭ ਕੇ ਰੱਖਣਾ, ਅਸੀਂ ਮਸੀਂ ਅਸੀਂ ਹਾਂ ਹੋਏ। ਪਰ ਉਹੀ ਅਸੀਂ ਮੁਕੱਦਸ ਹੁੰਦੀ ਜਿਹੜੀ ਸੱਚ ਦੇ ਸੰਗ ਖਲੋਏ। ਕਿ ਵਰਨਾ ਅਸੀਂ ਅਪਵਿੱਤਰ ਅਸੀਂ ਵੀ ਹੋ ਸਕਦੀ ਆ, ਇੱਕ ਬੁਰੀ ਅਸੀਂ ਵੀ ਹੋ ਸਕਦੀ ਆ, ਇੱਕ ਨੈਗੇਟਿਵ ਅਸੀਂ ਵੀ ਹੋ ਸਕਦੀ ਆ। ਜਦੋਂ ਅਸੀਂ ਕਹਿੰਦੇ ਵੀ ਜਦੋਂ ਆਪਾਂ ਹੁਣ ਵੋਟਾਂ ਦੀ ਵੀ ਗਿਣਤੀ ਕਰਦੇ ਹਾਂ ਕਿ ਵੀ ਇੱਕ ਹਿੰਦੂ ਪੱਤਾ ਚਲਾਇਆ ਤੇ ਉਹ ਸਾਰੇ ਹਿੰਦੂ ਹੋ ਗਏ, ਸੋ ਉਹ ਵੀ ਇੱਕ ਅਸੀਂ ਆ। ਮੈਂ ਸਮਝਦਾ ਕਿ ਉਹ ਅਸੀਂ ਨੂੰ ਅਸੀਂ ਕਹਿੰਦੇ ਕਿ ਉਹੀ ਅਸੀਂ ਮੁਕੱਦਸ ਮੰਨੀਏ ਜਿਹੜੀ ਸੱਚ ਦੇ ਸੰਗ ਖਲੋਏ, ਤੇ ਦੁੱਖਾਂ ਵਿੱਚ ਵੀ ਮੇਲੇ ਲੱਗਦੇ ਜਦ ਦੁੱਖ ਸੁੱਖ ਸਾਂਝਾ ਹੋਏ। ਤੋ ਇਸ ਅੰਦੋਲਨ ਨੂੰ ਸਮਝਣ 'ਚ ਵੀ ਕਈ ਵਾਰ ਜਾਨੀ ਕਵਿਤਾ ਬੰਦਾ ਸਿਰਫ ਦੂਜਿਆਂ ਨੂੰ ਸੁਣਾਉਣ ਲਈ ਨਹੀਂ ਲਿਖਦਾ, ਸਾਹਿਤ ਉਹ ਕਈ ਵਾਰੀ ਆਪਣੇ ਆਪ ਨੂੰ ਸਮਝਣ ਲਈ ਵੀ ਲਿਖਦਾ, ਕਿ ਉਹਦੇ ਮਨ 'ਚ ਕੋਈ ਪ੍ਰਭਾਵ ਹੁੰਦਾ, ਇੱਕ ਧੁੰਦਲੀ ਜੀ ਗੱਲ ਹੁੰਦੀ ਆ, ਤੇ ਉਸ ਧੁੰਦਲੀ ਗੱਲ ਨੂੰ ਆਪਣੇ ਲਿਖੇ ਵਾਜੋਂ ਸੁਰਤ ਨਹੀਂ। ਕਿ ਕਈ ਵਾਰ ਸਾਨੂੰ ਲਿਖ ਕੇ ਪਤਾ ਲੱਗਦਾ। ਜਿਵੇਂ ਮੈਂ ਜਾਨੀ ਮੇਰੇ ਆਪਣੇ ਵਿਦਿਆਰਥੀਆਂ ਨੂੰ ਮੈਂ ਕਿਹਾ ਕਰਦਾ, ਜਦੋਂ ਤੁਹਾਨੂੰ ਕੋਈ ਸਮੱਸਿਆ ਆਵੇ ਤਾਂ ਉਹਨੂੰ ਲਿਖਣ ਦੀ ਕੋਸ਼ਿਸ਼ ਕਰਿਆ ਕਰੋ। ਕਿ ਲਿਖਣ ਦੀ ਕੋਸ਼ਿਸ਼ 'ਚ ਅਸੀਂ ਬਹੁਤ ਕੁਝ ਸਮਝ ਜਾਂਦੇ ਹਾਂ, ਕਿ ਅਸੀਂ ਇੱਕ ਫਿਕਰਾ ਕਹਿੰਦੇ ਨਹੀਂ ਇਹ ਨਹੀਂ ਠੀਕ ਬਣਿਆ, ਤੇ ਇਹ ਗੱਲ ਨਹੀਂ ਹੈ ਅਸਲੀ ਗੱਲ ਇਹ ਆ ਅਸੀਂ ਸ਼ਾਇਦ 3-4 ਫਿਕਰੇ ਕੱਟ ਕੇ ਇੱਕ ਫਿਕਰੇ ਤੱਕ ਆਉਂਦੇ ਹਾਂ। ਉਹ ਸਾਡੀ ਇੱਕ ਸੋਚਣ ਦੀ ਪ੍ਰੋਸੈਸ ਹੁੰਦੀ ਹੈ। ਸੋ ਜੋ ਸਾਹਿਤ ਹੈ ਉਹ ਲਿਖਣ ਵਾਲੇ ਲਈ ਵੀ ਇੱਕ ਆਪਣੇ ਆਪ ਨੂੰ ਸਮਝਣ ਦਾ, ਆਪਣੀਆਂ ਸੋਚਾਂ ਨੂੰ ਸੋਚਣ ਦਾ ਇੱਕ ਤਰੀਕਾ ਹੁੰਦਾ। ਸੋ ਉਸ ਜਿਸ ਗੱਲ ਦਾ ਜਾਨੀ ਮੈਂ ਖੁਦ ਅਹਿਸਾਸ ਕੀਤਾ। ਮੈਂ ਹੁਣ ਜਿਹੜੀ ਤੁਸੀਂ ਕਵਿਤਾ ਕੋਟ ਕੀਤੀ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁੱਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ। ਤੋ ਜਦੋਂ ਮੈਂ ਇਹ ਦੋਲਨਾਂ ਲਿਖ ਲਈਆਂ, ਫਿਰ ਮੇਰੇ ਮਨ 'ਚ ਆਇਆ ਵੀ ਪਰ ਮੈਨੂੰ ਪਤਾ ਕਿਵੇਂ ਲੱਗਦਾ ਵੀ ਰਸਤਾ ਮੇਰਾ ਠੀਕ ਆ। ਕਿ ਤਾਂ ਮੈਂ ਕਹਿਤਾ ਕਿ ਮੈਂ ਰਾਹਾਂ ਤੇ ਮੈਂ ਤੁਰਦਾ ਤਾਂ ਰਾਹ ਬਣਦੇ, ਪਰ ਮੈਂ ਜੇ ਆਪਣੇ ਸੱਚ ਦਾ, ਆਪਣੇ ਰਾਹਾਂ ਦਾ ਮੁਲਾਂਕਣ ਕਰਨਾ ਹੋਵੇ ਕਿ ਕੀ ਮੇਰਾ ਰਸਤਾ ਠੀਕ ਹੈ, ਤੇ ਫਿਰ ਮੇਰੇ ਕੋਲ ਕੀ ਮੇਰੇ ਕੋਲ ਪੈਰਾਮੀਟਰ ਕੀ ਆ, ਪ੍ਰਤਿਮਾਨ ਕੀ ਆ, ਜਿਹੜੀ ਉਹ ਮੇਰੇ ਲਈ ਸਵਾਲ ਸੀ, ਮੈਨੂੰ ਹੀ ਸਵਾਲ ਸੀ। ਤੋ ਦੂਜਾ ਜੋ ਸ਼ੇਰ ਏਦਾਂ ਆਉਂਦਾ ਕਿ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ। ਯਾਨੀ ਇੱਕ ਪਹਿਲੀ ਲਾਈਨ ਮੈਂ ਦੇਣਾ ਵੀ ਜਿਹੜੀ ਕਿ ਜੇ ਮੈਂ ਕੋਈ ਮਤਲਬ ਸੌਖਾ ਰਾਹ ਛੱਡ ਕੇ ਔਖਾ ਚੁਣਿਆ,
ਪਹਿਲੀ ਗੱਲ ਤਾਂ ਇਹ ਹੈ ਕਿ ਔਖਾ ਰਾਹ ਬੰਦਾ ਤਾਂ ਹੀ ਚੁਣਦਾ ਵੀ ਜਿਉਂ ਲੱਗੇ ਵੀ ਹਾਂ ਇਹ ਰਸਤਾ ਠੀਕ ਹੈ, ਕਿ ਸਿਰਫ ਰਮਣੀਕ ਰਸਤਾ ਹੀ ਕਰਕੇ ਨਹੀਂ ਮੈਂ ਚੁਣਿਆ, ਮੈਂ ਠੀਕ ਰਸਤੇ ਕਰਕੇ ਚੁਣਿਆ। ਮੈਂ ਲਿਖਿਆ ਕਿ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ, ਇਹ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ। ਕਿ ਜੇ ਮੇਰੇ ਪੈਰ ਸੜ ਰਹੇ ਆ ਪਰ ਫਿਰ ਮੇਰੇ ਦਿਲ ਨੂੰ ਠੰਡ ਪੈ ਰਹੀ ਆ, ਇਹਦਾ ਮਤਲਬ ਕਿ ਮੇਰਾ ਰਸਤਾ ਠੀਕ ਹੈ, ਕਿ ਉੱਥੇ ਤੁਹਾਨੂੰ ਤੁਸੀਂ ਅਖਲਾਕੀ ਤੌਰ ਤੇ ਇੱਕ ਸਕੂਨ ਮਹਿਸੂਸ ਕਰਦੇ ਹੋ। ਤੇ ਉਹ ਮਤਲਬ ਉਹ ਸਮਝਣ 'ਚ ਹੀ ਮੈਂ ਫਿਰ ਸਮਝਿਆ ਕਿ ਵੀ ਰਸਤਾ ਠੀਕ ਹੀ ਹੈ। ਉਹ ਤੋਂ ਪਹਿਲਾਂ ਉਸ ਪਹਿਲੇ ਸ਼ੇਰ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਦੂਆ ਸ਼ੇਰ ਇੱਦਾਂ ਆਊਗਾ। ਔਰ ਅਖੀਰ ਇਸ ਗੱਲ ਦੇ ਅਖੀਰ ਤੱਕ ਜਾਂਦਿਆਂ ਮੇਰੇ ਮਨ 'ਚ ਇਹ ਆ ਗਿਆ ਕਿ ਮੈਂ ਕੌਣ ਆ। ਜਦੋਂ ਮੈਂ ਕਹਿੰਦਾ ਕਿ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਤਾਂ ਫਿਰ ਮੇਰੇ ਮਨ 'ਚ ਇਦਾਂ ਕਿ ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ ਬਿੰਦੂ ਹਾਂ। ਮੈਂ ਕੀ ਹਾਂ, ਕਿ ਮੈਂ ਕੀ ਹਾਂ, ਮੈਂ ਕੁਝ ਬਿੰਦ ਆਪਾਂ ਜਿਵੇਂ ਕਹਿੰਦੇ ਮਾਤਾ ਪਿਤਾ ਦੇ ਬਿੰਦ ਉਹ ਮਿਲੇ। ਉਹ ਤੋਂ ਬਾਅਦ ਮੈਨੂੰ ਨਾਦ ਮਿਲਿਆ, ਮੈਨੂੰ ਸ਼ਬਦ ਮਿਲੇ, ਮੈਨੂੰ ਸਾਹਿਤ ਮਿਲਿਆ, ਮਾਤਾ ਪਿਤਾ ਦੀਆਂ ਗੱਲਾਂ ਮਿਲੀਆਂ, ਮੈਨੂੰ ਗੁਰਬਾਣੀ ਦੇ ਬੋਲ ਮਿਲੇ, ਮੈਨੂੰ ਸੂਫੀਆਂ ਦੇ ਬੋਲ ਮਿਲੇ। ਤਾਂ ਉਹ ਸਾਰਾ ਕੁਝ ਮਿਲ ਕੇ ਮੈਂ ਇੱਕ ਬਣਿਆ ਕਿ ਮੈਂ ਉਹਨਾਂ ਦਾ ਮਿਲਣ ਬਿੰਦੂ ਹਾਂ। ਮੈਂ ਕੀ ਹਾਂ, ਜੇ ਮੈਂ ਆਖਾਂ ਕਿ ਮੈਂ ਕੁਝ ਹਾਂ, ਕਥਨ ਮੇਰੇ ਗੁਨਾਹ ਬਣਦੇ। ਕਿ ਅਖੀਰ ਤੱਕ ਜਾਂਦਿਆਂ ਮੈਂ ਇੱਕ ਉਹੋ ਜਿਹੀ ਥਾਂ ਤੇ ਪਹੁੰਚਦਾ ਕਿ ਜੋ ਮੈਂ ਆਪਣੇ ਆਪ ਨੂੰ ਮੈਂ ਵੀ ਕਹਿੰਦਾ, ਉਹ ਮੈਂ ਵੀ ਕਿੰਨੀਆਂ ਮੇਰੇ ਤੋਂ ਬਾਹਰੀਆਂ ਸ਼ਕਤੀਆਂ ਦੀ ਬਣੀ ਹੋਈ ਹੈ। ਸੋ ਉਹ ਇੱਕ ਪੂਰੀ ਜਰਨੀ ਆ ਉਸ ਗੱਲ ਨੂੰ ਸਮਝਣ ਦੇ ਵਿੱਚ। ਇਹਦੇ ਜਦੋਂ ਉਹ ਤੋਂ ਬਾਅਦ ਮੇਰੀ ਇੱਕ ਚੀਜ਼ ਆਈ ਕਿ ਜਿੱਥੇ ਮੈਂ ਕਿਹਾ ਕਿ ਇਹ ਬਾਤ ਮੇਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ। ਕਿ ਮੈਨੂੰ ਲੱਗਾ ਕਿ ਵੀ ਇਹ ਸਿਰਫ ਇੰਨੀ ਗੱਲ ਨਹੀਂ ਕਿ ਕਿਸਾਨਾਂ ਦੀ ਗੱਲ ਜਿੰਨੀ ਗੱਲ ਨਹੀਂ, ਗੱਲ ਇਹੋ ਆਪਣੇ ਆਪ 'ਚ ਉਹ ਤੋਂ ਵੱਡੀ ਆ। ਤੇ ਮੈਂ ਉਦੋਂ ਕਿੰਨੀ ਕੁ ਵੱਡੀ ਬਣਾ ਸਕਿਆ ਉਹਨੂੰ। ਮੈਂ ਕਿਹਾ ਕਿ ਇਹ ਬਾਤ ਮੇਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ, ਇਹ ਪਿੰਡ ਦੇ ਵਸਦੇ ਰਹਿਣ ਦਾ ਹੈ, ਜਿਹਨੂੰ ਤੌਖਲਾ ਉੱਜੜ ਜਾਣਦਾ ਹੈ। ਮੈਂ ਉਹਨੂੰ ਥੋੜੀ ਜਿਹੀ ਵੱਡੀ ਬਣਾਇਆ। ਮੈਂ ਕਿਹਾ ਨਹੀਂ, ਇਹ ਉਹ ਤੋਂ ਵੱਡੀ ਗੱਲ ਹੈ ਕਿ ਇਹ ਹੈਗੀ ਕਿ ਮੇਰਾ ਪਿੰਡ ਵਸਦਾ ਰਹੇ। ਕਿ ਪਿੰਡ ਜਦੋਂ ਮਤਲਬ ਇਹ ਜ਼ਮੀਨਾਂ ਕਾਰਪੋਰੇਟ ਕੋ ਚਲੀਆਂ ਗਈਆਂ ਤੇ ਇਸ ਪਿੰਡ ਨੇ ਨਹੀਂ ਵਸਣਾ, ਵੀ ਇਸ ਪਿੰਡ ਦੀ ਇੰਨੀ ਰੂਪਰੇਖਾ ਬਦਲ ਜਾਊਗੀ ਕਿ ਇਹ ਮੇਰਾ ਪਿੰਡ ਹੀ, ਇਹਦਾ ਸੁਭਾਅ, ਇਹਦੀ ਸ਼ਖਸੀਅਤ, ਸਾਰਾ ਕੁਝ ਬਦਲ ਜਾਊਗਾ। ਤਾਂ ਮੈਨੂੰ ਇੰਨੀ ਗੱਲ ਲੱਗੀ ਕਿ ਵੀ ਇਹ ਗੱਲ ਆ। ਪਰ ਜਿਉਂ ਮੈਂ ਅੱਗੇ ਤੁਰ ਕੇ ਆਉਂਦਾ ਕਿ ਵੀ ਫਿਰ ਮੈਂ ਕਿਹਾ ਕਿ ਇਹ ਹੋਣੀ, ਮਤਲਬ ਮੈਨੂੰ ਦੁੱਖ ਹੋਇਆ। ਤੇ ਮੈਂ ਕਹਿੰਦਾ ਨਹੀਂ, ਉਂਝ ਤਾਂ ਇਹ ਚਿਰਾਂ ਦਾ ਉੱਜੜ ਰਿਹਾ, ਕਿ ਪਿੰਡ ਕੋਈ ਅੱਜ ਨਹੀਂ ਉੱਜੜਨ ਲੱਗਿਆ। ਵੀ ਉਂਝ ਤਾਂ ਇਹ ਚਿਰਾਂ ਦਾ ਉੱਜੜ ਰਿਹਾ, ਕੋਈ ਅੱਜ ਨਹੀਂ ਉੱਜੜਨ ਲੱਗਿਆ ਏ। ਇਹਨੂੰ ਗੈਰਾਂ ਨੇ ਵੀ ਲੁੱਟਿਆ ਏ, ਇਹਨੂੰ ਆਪਣਿਆਂ ਵੀ ਠੱਗਿਆ ਏ। ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ, ਦੁੱਖ ਰੂਹ ਤੋਂ ਵਿਛੜ ਜਾਣਦਾ ਹੈ। ਕਿਉਂਕਿ ਮੈਂ ਕਹਿੰਦਾ ਕਿ ਜਿਹੜਾ ਵੀ ਇਹੋ ਮੇਰਾ ਪਿੰਡ ਤਾਂ ਬਹੁਤ ਦੇਰ ਦਾ ਉੱਜੜ ਰਿਹਾ, ਕਿ ਕੁਛ ਇਹਨੂੰ ਗੈਰਾਂ ਨੇ ਲੁੱਟਿਆ, ਜਿਹਨੂੰ ਅਸੀਂ ਗੈਰ ਕਹਿੰਦੇ ਆ, ਕੁਛ ਇਹਨੂੰ ਆਪਣਿਆਂ ਵੀ ਠੱਗਿਆ, ਜਿਹਨੂੰ ਅਸੀਂ ਕਹਿੰਦੇ ਵੀ ਸਾਡੇ ਹੀ ਆਪਣੇ, ਸਾਡੀਆਂ ਪੋਲੀਟੀਕਲ ਪਾਰਟੀਆਂ, ਸਾਡੇ ਹੀ ਲੋਕ ਨੇ, ਸਾਡੇ ਹੀ ਜਥੇਦਾਰ ਨੇ, ਸਾਡੇ ਹੀ ਲੀਡਰ, ਕਿ ਉਹ ਵੀ ਇਹਨੂੰ ਠੱਗ ਰਹੇ। ਤੇ ਫਿਰ ਮੈਂ ਕਹਿੰਦਾ ਵੀ ਇਹ ਬਹੁਤੀ ਗੱਲ ਨਾ, ਵੀ ਇਹ ਪਿੰਡੇ ਤੋਂ ਵੀ ਜ਼ਿਆਦਾ ਮਨ ਦੀ ਗੱਲ ਆ। ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ, ਦੁੱਖ ਰੂਹ ਤੋਂ ਵਿਛੜ ਜਾਣਦਾ ਹੈ। ਕਿ ਸਿਰਫ ਇੰਨਾ ਨਹੀਂ ਕਿ ਸਾਨੂੰ ਮਤਲਬ ਇਹੋ ਆਰਥਿਕ ਕੱਲੀ ਆਰਥਿਕ ਗੱਲ ਨਹੀਂ ਹੈ, ਇਹ ਆਰਥਿਕਤਾ ਤੋਂ ਵੱਡੀ ਗੱਲ ਹੈ ਕਿ ਇਹ ਇੱਕ ਮਾਨਸਿਕਤਾ ਦੀ ਗੱਲ ਹੈ ਕਿ ਕਿ ਸਾਨੂੰ ਕਿਸ ਤਰ੍ਹਾਂ ਗੁਲਾਮ ਬਣਾ ਰਿਹਾ ਜਾ ਰਿਹਾ। ਅਸੀਂ ਇਕੱਲੇ ਆਰਥਿਕ ਲੋਕ ਹੋ ਕੇ ਰਹਿ ਗਏ ਕਿ ਅਸੀਂ ਆਰਥਿਕਤਾ ਦੇ ਕਾਰਨ ਹੀ ਦੇਸ਼ ਛੱਡੀਏ, ਅਸੀਂ ਆਰਥਿਕਤਾ ਦੇ ਕਾਰਨ ਹੀ, ਕਿ ਇਹ ਮਤਲਬ ਇਹ ਤੋਂ ਗਹਿਰਾ ਮਸਲਾ, ਜਾਨੀ ਜਿੱਥੋਂ ਇਹ ਗੀਤ ਸ਼ੁਰੂ ਹੋਇਆ ਸੀ ਉੱਥੋਂ ਫਿਰ ਗਹਿਰਾਈਆਂ ਵੱਲ ਤੁਰਦਾ। ਫਿਰ ਮੈਂ ਕਹਿੰਦਾ ਕਿ ਜਿਸ ਗੁਰੂ ਦੇ ਨਾਮ ਤੇ ਜਿਉਂਦਾ ਸੀ, ਉਸ ਦੇ ਪੈਗਾਮ ਨੂੰ ਵਿਸਰ ਗਿਆ, ਇੱਕ ਘੁਰਾ ਸ਼ਬਦ ਦਾ ਨਿਕਲ ਗਿਆ, ਇਹਦੀ ਸੁਰਤ ਦਾ ਤਾਣਾ ਉਧੜ ਗਿਆ। ਕਿ ਮੈਂ ਕਿਹਾ ਕੁਝ ਇਦਾਂ ਵੀ ਹੋਇਆ ਕਿ ਜਿਹੜੀ ਅਸੀਂ ਗੁਰਾਂ ਦੇ ਨਾਂ ਤੇ ਵਸੇ, ਪਰ ਅਸੀਂ ਗੁਰਾਂ ਦੇ ਪੈਗਾਮ ਭੁੱਲ ਗਏ, ਕਿ ਅਸੀਂ ਆਪ ਵੀ ਖੁਦ ਕੇ ਇੱਕ ਤਾਂ ਗੈਰਾਂ ਨੇ ਲੁੱਟਿਆ, ਇੱਕ ਆਪਣਿਆਂ ਨੇ ਠੱਗਿਆ, ਫਿਰ ਅਸੀਂ ਵੀ ਆਪਣੇ ਆਪ ਨੂੰ ਗੁਰੂ ਦੇ ਨਹੀਂ ਰੱਖ ਸਕੇ।
ਯਾਨੀ ਅਸੀਂ ਸਾਡੇ ਮਨ ਚੋਂ ਜਿਵੇਂ ਘੁਰਾ ਨਹੀਂ, ਕਿਸੇ ਆਪਾਂ ਸਿਲਾਈ ਬੁਣਦੇ ਆ ਤੇ ਉਹ ਚੋਂ ਇੱਕ ਘੁਰਾ ਨਿਕਲ ਜਾਂਦਾ ਤੇ ਉਹ ਉੱਧੜ ਜਾਂਦੀ ਹੈ। ਤੇ ਉਹ ਚ ਮੈਂ ਕਹਿੰਦਾ ਕਿ ਇੱਕ ਘੁਰਾ ਸ਼ਬਦ ਦਾ ਨਿਕਲ ਗਿਆ, ਇਹਦੀ ਸੁਰਤ ਦਾ ਤਾਣਾ ਉਧੜ ਗਿਆ, ਇਹ ਵੇਲਾ ਸੱਜਰੀ ਬੁਣਤੀ ਵਿੱਚ ਸ਼ਬਦਾਂ ਦੇ ਬੂਟੇ ਪਾਣ ਦਾ ਹੈ। ਕਿ ਹੁਣ ਇੱਕ ਸਾਡੇ ਕੋਲ ਮੌਕਾ ਆਇਆ ਕਿ ਅਸੀਂ ਆਪਣੀਆਂ ਸੁਰਤੀਆਂ ਵਿੱਚ ਮੁੜ ਕੇ ਉਸ ਚੀਜ਼ ਨੂੰ ਸਤ ਸੰਤੋਖ ਨੂੰ ਲਿਆ ਸਕੀਏ, ਅਸੀਂ ਦੂਜੇ ਪ੍ਰਤੀ ਦਇਆ ਮਹਿਸੂਸ ਕਰ ਸਕੀਏ, ਅਸੀਂ ਘੱਟ ਪੈਸੇ ਨਾਲ ਵੀ ਜੀ ਸਕੀਏ, ਅਸੀਂ ਬਹੁਤ ਆਪਣਾ ਸ਼ੋਅ ਸਾਨੂੰ ਕਰਨ ਦੀ ਲੋੜ ਨਾ ਪਵੇ ਕਿ ਅਸੀਂ ਕਹਿੰਦੇ ਵੀ ਲੋਕ ਪਤੀਣੇ ਕਿਰਪਾਲ ਨਾ ਭੀਜੇ, ਕਿ ਲੋਕਾਂ ਨੂੰ ਖੁਸ਼ ਕਰਕੇ ਰੱਬ ਖੁਸ਼ ਨਹੀਂ ਹੁੰਦਾ, ਕਿ ਅਸੀਂ ਕਿ ਉੱਥੇ ਅਸੀਂ ਵੀ ਆਪਣੇ ਆਪ ਨੂੰ ਲੁੱਟਣ ਵਾਲੇ ਤੇ ਆਪਣੇ ਆਪ ਨੂੰ ਠੱਗਣ ਵਾਲੇ ਬਣ ਗਏ। ਉੱਥੇ ਮੈਂ ਇਦਾਂ ਸ਼ੁਰੂ ਫਿਲਮ ਕਰਦਾ ਕਿ ਫਿਰ ਮੈਂ ਕਹਿੰਦਾ ਕਿ ਇਹ ਗੱਲ ਮੇਰੀ ਖੇਤਾਂ ਦੀ ਨਹੀਂ, ਇਹ ਗੱਲ ਤਾਂ ਸਫਿਆਂ ਦੀ ਵੀ, ਕਿ ਮੈਂ ਕਿੱਦਾਂ ਜੁੜਿਆ ਕਿ ਵੀ ਮੇਰੇ ਲਈ ਖੇਤਾਂ ਦਾ ਮਸਲਾ ਨਹੀਂ, ਮੇਰੇ ਲਈ ਗੱਲ, ਇਹ ਗੱਲ ਮੇਰੀ ਖੇਤਾਂ ਦੀ ਨਹੀਂ, ਇਹ ਗੱਲ ਤਾਂ ਸਫਿਆਂ ਦੀ ਵੀ ਹੈ। ਅੱਖਰ ਨੇ ਜਿਨ੍ਹਾਂ ਤੇ ਬੀਜਾਂ ਜਹੇ, ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ। ਕਿ ਅੱਖਰ ਵੀ ਤਾਂ ਬੀਜ ਆ ਜਿਹੜੇ ਅਸੀਂ ਬੀਜਦੇ, ਕਿ ਮੈਨੂੰ ਫਿਕਰ ਲਾਲੋ ਦੇ ਕੋਧਰੇ ਦਾ, ਤੈਨੂੰ ਭਾਗੋ ਦੇ ਪਕਵਾਨ ਦਾ ਹੈ। ਕਿ ਅਸਲੀ ਗੱਲ ਹੁਣ ਮਤਲਬ ਉਹ ਕਿਰਤੀ ਤੇ ਮਾਇਆਧਾਰੀ ਦੇ ਮਸਲੇ ਦੀ ਹੈ। ਕਿ ਇੱਥੇ ਹੁਣ ਕਿ ਬੇਸ਼ੱਕ ਅਸੀਂ ਬਹੁਤ ਕਿ ਦੇਰ ਤੋਂ ਸਾਡੇ ਨਾਲ ਇਹੋ ਜਿਹੇ ਕਾਰਪੋਰੇਟ ਛਾ ਰਹੇ ਦਿਨ ਬ ਦਿਨ, ਭਾਵੇਂ ਯੂਨੀਵਰਸਿਟੀਆਂ ਖੁੱਲ ਰਹੀਆਂ ਹੋਣ, ਰੇਲਾਂ ਵਿਕ ਰਹੀਆਂ ਹੋਣ, ਏਅਰਪੋਰਟ ਵਿਕ ਰਹੇ ਹੋਣ, ਲੇਕਿਨ ਇਹ ਹੈ ਕਿ ਇਹੋ ਅਸਲੀ ਗੱਲ ਇਹ ਹੈ ਕਿ ਵੀ ਜਿਹੜਾ ਕਿਰਤੀ ਆ ਤੇ ਆਮ ਲੋਕ ਹੈ, ਉਹ ਕਿਸ ਤਰ੍ਹਾਂ ਦਿਨ ਬ ਦਿਨ ਲੁੱਟ ਹੋ ਰਿਹਾ, ਤੇ ਕਿਸ ਤਰ੍ਹਾਂ ਬਹੁਤ ਥੋੜੇ ਪਰਸੈਂਟ ਬੰਦੇ ਜਿਹੜੇ ਯਾਨੀ 10% ਹੋਣਗੇ ਜਾਂ ਉਹ ਤੋਂ ਵੀ ਘੱਟ ਹੋਣਗੇ, ਕਿ ਜਿਨ੍ਹਾਂ ਦੇ ਹੱਥਾਂ 'ਚ ਦੌਲਤ ਸਾਰੀ। ਸੋ ਉੱਥੇ ਮੈਂ ਮਤਲਬ ਕਿ ਇਹ ਇੱਕ ਮਸਲਾ ਇਸ ਪੱਖੋਂ ਵੀ ਹੈ ਕਿ ਇੰਨੀ ਕਾਣੀ ਵੰਡ ਦਾ ਜੋ ਮਸਲਾ। ਸੋ ਫਿਰ ਇੱਕ ਮੇਰੇ ਮਨ 'ਚ ਗੱਲ ਆਈ ਵੀ ਆਖੀ ਸੀ ਕਦੇ ਇੱਕ ਪੁਰਖੇ ਨੇ, ਜੋ ਬਾਤ ਅਜੇ ਤੱਕ ਹੈ ਸੱਜਰੀ, ਨਹੀਂ ਕੰਮ ਥਕਾਉਂਦਾ ਬੰਦੇ ਨੂੰ ਥਕਾਉਂਦੀ ਬੇਕਦਰੀ। ਕਿ ਇੱਕ ਇਹ ਸਲ ਉਸੇ ਬੇਕਦਰੀ ਦਾ, ਇਹ ਦੁੱਖ ਉਸੇ ਅਪਮਾਨ ਦਾ ਹੈ। ਕਿ ਇੱਕ ਸ਼ਾਇਦ ਜਿਹੜੀ ਬੰਦਾ ਬੇਕਦਰੀ, ਜਦੋਂ ਕੋਈ ਤੁਸੀਂ ਕੰਮ ਕਰਦੇ ਹੋ ਜਾਂ ਲਿਖਦੇ ਹੋ, ਤੁਹਾਨੂੰ ਉਹ ਲਿਖਣਾ ਜਾਂ ਕੰਮ ਨਹੀਂ ਥਕਾਊਗਾ ਜਿੰਨੀ ਉਹ ਤੁਹਾਡੇ ਕੰਮ ਦੀ ਜੋ ਬੇਕਦਰੀ ਆ ਉਹ ਥਕਾਉਂਦੀ ਹੈ। ਕਿ ਉਹਦੇ ਵਿੱਚ ਜਾਣੀ ਉਹ ਸਾਡੀ ਆਤਮਾ ਨੂੰ, ਤੁਹਾਡੀ ਕੋਈ ਪ੍ਰਸ਼ੰਸਾ ਕਰਦੇ ਕਿ ਇਹ ਬਹੁਤ ਸੋਹਣਾ ਕੰਮ ਆ, ਤੇ ਤੁਹਾਨੂੰ ਉਹ ਪ੍ਰਸ਼ੰਸਾ ਇੱਕ ਤਰ੍ਹਾਂ ਆਬੇ ਹਯਾਤ ਵਾਂਗ ਤੁਹਾਡੇ ਮਨ ਨੂੰ ਠਾਰਦੀ ਆ। ਲੇਕਿਨ ਜੇ ਉਹਦੀ ਸੋ ਉਹਦੇ ਵਿੱਚ ਸੀਗਾ ਕਿ ਜਿਹੜੀ ਜਿਸ ਤਰ੍ਹਾਂ ਉਹ ਇਸ ਅੰਦੋਲਨ ਨਾਲ ਸਲੂਕ ਕੀਤਾ ਗਿਆ, ਕਿ ਇਹਨੂੰ ਬਹੁਤ ਇਨਸੈਂਸਿਟਿਵਲੀ ਲਿਆ ਗਿਆ, ਉਹ ਸੀ ਕਿ ਉੱਥੇ ਜਾ ਕੇ ਤੁਸੀਂ ਮਤਲਬ ਜਾ ਕੇ ਕਹਿਣਾ ਵੀ ਇਹ ਤਾਂ ਗੁੰਮਰਾਹ ਹੋਏ ਲੋਕ ਹੈ। ਸੋ ਉਹ ਗੱਲ ਵੀ ਅੱਗੇ ਜਾ ਕੇ ਆਉਂਦੀ ਹੈ। ਮੈਂ ਥੋੜੇ ਅੱਗੇ ਚੱਲ ਕੇ ਫਿਰ ਮੈਂ ਕਹਿੰਦਾ ਕਿ ਮੇਰੀ ਕਿਹਾ ਕਿ ਮੈਂ ਕਿਹਾ ਕਿ ਤੇਰੇ ਨਾਲ, ਕਿ ਇਸ ਅੰਦੋਲਨ ਦੀ ਖੂਬੀ ਹੈ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇੱਕ ਐਥੀਕਲ, ਕਿ ਸਿਰਫ ਇਕਨੋਮਿਕ ਜੰਗ ਨਹੀਂ ਲੜ ਰਹੇ, ਇਹ ਸਾਡੀ ਇੱਕ ਐਥੀਕਲ ਜੰਗ ਵੀ ਹੈ। ਕਿ ਜਿੱਥੇ ਮੈਂ ਕਹਿੰਦਾ ਕਿ ਤੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ, ਰਵਿਦਾਸ ਫਰੀਦ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫਕੀਰ ਖੜੇ, ਮੇਰਾ ਨਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਉਹਨਾਂ ਦੀ ਸ਼ਾਨ ਦਾ ਹੈ। ਇਹ ਬਾਤ ਮੇਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ। ਕਿ ਉੱਥੇ ਜਾ ਕੇ ਮੇਰੇ ਲਈ ਇਹੋ ਜੰਗ ਇੱਦਾਂ ਦੀ ਬਣ ਜਾਂਦੀ ਕਿ ਇਹ ਸਿਰਫ ਕਿਸਾਨ ਅੰਦੋਲਨ ਨਹੀਂ, ਇਹ ਇੱਕ ਮੈਂ ਮਾਨਵਤਾ ਦੀ ਲੜਾਈ ਵੀ ਲੜ ਰਿਹਾ, ਕਿ ਮਾਨਵਤਾ ਨੇ ਆਖਰ ਕਿਹੜੇ ਰਾਹ ਜਾਣਾ। ਕਿ ਜਿਵੇਂ ਜੇ ਕ੍ਰਿਸ਼ਨਾ ਮੂਰਤੀ ਨੇ ਗੁਰ ਕਿਹਾ ਸੀ ਕਿ ਮਾਨਵਤਾ ਕਿਸੇ ਵੇਲੇ ਬਹੁਤ ਗਲਤ ਮੋੜ ਮੁੜ ਗਈ, ਕਿ ਜਿੱਥੇ ਅਸੀਂ ਇਕਨੋਮਿਕ ਪਰਸਨ ਹੀ ਬਣਦੇ ਗਏ, ਅਸੀਂ ਜਾਨੀ ਸੱਭਿਆਚਾਰਕ ਪਰਸਨ ਜਾਂ ਅਸੀਂ ਸੋਝਾਤਮਕ ਪਰਸਨ, ਕਿ ਸਾਡੀਆਂ ਖੁਸ਼ੀਆਂ ਬਹੁਤ ਪੈਸੇ ਦੇ ਨਾਲ ਜੁੜ ਗਈਆਂ ਜਾਂ ਤਾਕਤ ਨਾਲ ਜੁੜ ਗਈਆਂ। ਸਾਡੀ ਖੁਸ਼ੀ ਕਿਸੇ ਖੂਬਸੂਰਤ ਕਵਿਤਾ ਨਾਲ ਵੀ ਜੁੜ ਸਕਦੀ ਸੀ, ਸਾਡੀ ਖੁਸ਼ੀ ਕਿਸੇ ਦੇ ਹੰਝੂ ਪੂੰਝ ਕੇ ਵੀ ਹੋ ਸਕਦੀ, ਕਿ ਅਸੀਂ ਬਿਲਕੁਲ ਅਸੀਂ ਇਕਨੋਮਿਕ ਪਰਸਨ ਬਣ ਗਏ ਜਾਂ ਅਸੀਂ ਮਸ਼ੀਨਾਂ ਬਣ ਗਏ, ਕਿ ਅਸੀਂ ਘੱਟ ਪੈਸੇ ਵਿੱਚ ਵੀ ਖੁਸ਼ ਰਹਿ ਸਕਦੇ ਸੀਗੇ, ਲੇਕਿਨ ਅਸੀਂ ਉਹ ਰਸਤਾ ਨਹੀਂ ਚੁਣਿਆ। ਸੋ ਉਹ ਮਤਲਬ ਇਸ ਲਈ ਹੁਣ ਇੱਕ ਤਰ੍ਹਾਂ ਉਹ ਮੈਂ ਸਮਝਦਾ ਕਿ ਇੱਕ ਉਹ ਹੁਣ ਲੜਾਈ ਹੈ ਕਿ ਮਾਨਵਤਾ ਨੇ ਆਖਰ
ਕਿਹੜੇ ਪਾਸੇ ਜਾਣਾ, ਕਿ ਕੀ ਇਹਨੇ ਕੰਜ਼ਿਊਮਰਿਜ਼ਮ ਦੇ ਮਗਰ ਲੱਗ ਕੇ ਤੇ ਇੱਕ ਬਸ ਆਸ਼ਰਿਤ ਵਿਅਕਤੀ ਦੇ ਤੌਰ ਤੇ, ਔਰ ਜਿਹੜਾ ਬੰਦਾ ਇਹਨੇ ਆਪਣੇ ਆਪ 'ਚ ਇੰਨਾ ਖਾਲੀ ਆ ਕਿ ਉਹਦਾ ਸਰਦਾ ਹੀ ਨਹੀਂ ਇਹਨਾਂ ਚੀਜ਼ਾਂ ਬਿਨਾਂ, ਕਿ ਉਹ ਘੜੀ ਵੀ ਇਕੱਲਾ ਨਹੀਂ ਰਹਿ ਸਕਦਾ, ਕਿ ਉਹਦੇ ਆਪਣੇ ਮਨ 'ਚ ਕੁਝ ਸੋਚਣ ਲਈ, ਆਨੰਦ ਕਰਨ ਲਈ ਹੈ ਹੀ ਨਹੀਂ। ਸੋ ਉਹ ਇੱਕ ਚੀਜ਼ਾਂ ਤੇ ਵਸਤੂਆਂ ਤੇ ਆਸ਼ਰਿਤ ਹੋ ਕੇ ਰਹਿ ਗਿਆ। ਤੋ ਜਿਹੜੇ ਅਖੀਰ ਤੇ ਫਿਰ ਇੱਕ ਇਹ 'ਚ ਵਾਕ ਆਉਂਦੇ ਆ ਕਿ ਜਿਹੜਾ ਮਤਲਬ ਕੀ ਹੋਇਆ ਕਿ ਸਭ ਕੁਝ ਹੀ ਜ਼ਰ ਖਰੀਦ ਹੋ ਗਿਆ, ਕਿ ਸਿਰਫ ਕਿ ਸਰਕਾਰਾਂ ਵੀ ਮਾਇਆਧਾਰੀਆਂ ਨੇ ਖਰੀਦ ਲਈਆਂ। ਕਿ ਮੈਂ ਕਹਿੰਦਾ ਕਿ ਜਿਸ ਦੀ ਸਰਕਾਰ ਵੀ ਜ਼ਰ ਖਰੀਦ, ਕਿੰਨੇ ਅਖਬਾਰ ਵੀ ਜ਼ਰ ਖਰੀਦ, ਇਹ ਚੈਨਲ ਵੈਨਲ ਐਂਕਰ ਵੀ, ਮੰਡਲ ਵਪਾਰ ਵੀ ਜ਼ਰ ਖਰੀਦ, ਇਹ ਮਸਲਾ ਮਾਇਆਧਾਰੀਆਂ ਦੇ ਜੰਜਾਲ 'ਚ ਫਸੇ ਜਹਾਨ ਦਾ ਹੈ। ਤੇ ਸਿਰਫ ਇਹ ਹੀ ਨਹੀਂ ਹੋਇਆ ਕਿ ਉਹਨਾਂ ਦੇ ਕੋਲ ਪੈਸੇ ਆ ਗਏ, ਉਹਨਾਂ ਨੇ ਸਾਡੇ ਸ਼ਬਦ ਵੀ ਖਰੀਦ ਲਏ, ਕਿ ਸਾਡੇ ਪੱਤਰਕਾਰ ਵੀ ਖਰੀਦੇ ਗਏ। ਜਿਹੜੇ ਆਪਾਂ ਜੋ ਵੀ ਮੀਡੀਆ ਦੀ ਹਾਲਤ ਹੈ, ਕਿੰਨਾ ਬਹੁਤ ਕੋਈ ਦੁਰਲੱਭ ਦਿਸਦਾ ਬੰਦਾ ਕਿ ਜਿਹੜਾ ਇਹ ਦਿਖਾਵੇ ਕਿ ਅਸਲ 'ਚ ਕੀ ਹੋ ਰਿਹਾ, ਕਿ ਅਸੀਂ ਇੱਕ ਉਹ ਕਿ ਦਿਨ ਪਰ ਅਸੀਂ ਜਿਹੜੀ ਕਿ ਭਾਸ਼ਾ ਦਾ ਜਨਮ ਤਾਂ ਹੋਇਆ ਸੀ ਆਪਣੇ ਆਪ ਨੂੰ ਪ੍ਰਗਟ ਕਰਨ ਲਈ, ਪਰ ਬਹੁਤੀ ਭਾਸ਼ਾ ਆਪਣੇ ਆਪ ਨੂੰ ਲੁਕਾਉਣ ਲਈ ਬੋਲੀ ਜਾਂਦੀ ਆ। ਦੁਨੀਆ 'ਚ ਬਹੁਤੀ ਭਾਸ਼ਾ, ਬੇਸ਼ੱਕ ਉਹ ਰਾਜਨੀਤਿਕਾਂ ਦੀ ਭਾਸ਼ਾ ਆ, ਬੇਸ਼ੱਕ ਉਹ ਮੀਡੀਆ ਦੀ ਭਾਸ਼ਾ ਹੈ। ਸੋ ਆਪਾਂ ਮਹਿਸੂਸ ਕੀਤਾ ਕਿ ਪਹਿਲੀ ਵਾਰ ਇਦਾਂ ਲੱਗਾ ਕਿ ਜਦੋਂ ਜਿੱਥੇ ਜਿਹੜੇ ਨੈੱਟ ਤੇ ਆਪ ਤੁਸੀਂ ਡਿੱਗਣਾ ਹੁੰਦਾ, ਜਿਵੇਂ ਆਪਾਂ ਦੇਖਦੇ ਨਾ ਸਰਕਸ ਦੇਖਦੇ ਹਾਂ, ਤਾਂ ਉੱਪਰੋਂ ਉਹ ਡਿੱਗਦਾ ਤੇ ਉਹਨੂੰ ਥੱਲੇ ਇੱਕ ਨੈੱਟ ਬੋਚ ਲੈਂਦਾ, ਤੇ ਉਹ ਬੋਚਣ ਵਾਲਾ ਨੈੱਟ ਹੁੰਦਾ ਸੀਗਾ ਕਿ ਪੱਤਰਕਾਰ, ਸਾਹਿਤਕਾਰ, ਮੀਡੀਆ ਜਿਹਨੇ ਉਹਨੂੰ ਬਿਆਨ ਕਰਨਾ ਕਿ ਇਸ ਬੰਦੇ ਨਾਲ ਕੀ ਹੋਇਆ। ਤਾਂ ਉਹ ਨੈੱਟ ਵੀ ਟੁੱਟ ਗਿਆ, ਕਿ ਉਹ ਸਾਡੇ ਕੋਲ ਉਹ ਸਹਾਰਾ ਵੀ ਨਹੀਂ ਰਿਹਾ। ਤਾਂ ਉਹ ਮਤਲਬ ਇੱਥੇ ਆ ਕੇ ਸਮਝ ਲਓ ਕਿ ਤੁਸੀਂ ਰਿਐਲਿਟੀ ਹੀ ਬਦਲ ਦਿੱਤੀ, ਕਿ ਸਾਡੀ ਰਿਐਲਿਟੀ ਕੀ ਸੀ, ਸਾਡਾ ਹਾਲ ਕੀ ਸੀ। ਜਿਵੇਂ ਆਪਾਂ ਦੇਖਿਆ ਕਿ 26 ਨੂੰ ਵੀ ਜੋ ਹੋਇਆ, ਕਿ ਹੋਇਆ ਤੇ ਸੀ ਕਿ 99% ਬੰਦੇ ਤਾਂ ਆਪਣੀ ਰਾਹੇ ਗਏ, ਸਿਰਫ ਜਿਹੜੇ 1% ਜਿਨ੍ਹਾਂ ਨੂੰ ਕਿਸੇ ਸਾਜ਼ਿਸ਼ ਤਹਿਤ ਜਾਂ ਕੁਝ ਆਪ ਹੁਦਰੇਪਨ ਦੇ ਤਹਿਤ ਹੋਇਆ, ਕਿ ਸਾਰੇ ਮੀਡੀਆ ਨੇ ਉਹਨੂੰ ਹੀ ਦਿਖਾਇਆ, ਬਾਕੀ ਜਿਵੇਂ ਕੁਝ ਹੋ ਹੀ ਨਹੀਂ ਰਿਹਾ। ਸੋ ਉਹ ਵੀ ਇੱਕ ਜਿਹੜੀ ਉਹ ਇੰਨੀ ਦੁਖਦਾਈ ਗੱਲ ਆਪਣੇ ਦੁਖਦਾਈ ਗੱਲ ਹੈ ਕਿ ਅਸੀਂ ਕਿੰਨੀ ਵਾਰ ਉਹਨੂੰ ਦੇਖਦੇ ਹਾਂ। ਜੋ ਇੱਕ ਵਾਰੀ ਹੈਪਨ ਹੁੰਦਾ, ਉਹਨੂੰ ਅਸੀਂ ਲੱਖਾਂ ਵਾਰੀ ਦੇਖਦੇ ਹਾਂ। ਮਤਲਬ ਤੀਰ ਸਾਡੇ ਇੱਕ ਵਾਰੀ ਨਹੀਂ ਲੱਗਾ, ਸਾਡੇ ਉਹ ਤੀਰ ਕਿੰਨੀ ਵਾਰੀ ਲੱਗਾ, ਕਿ ਇੱਕ ਵਾਰੀ ਲੱਗਿਆ ਸੀਗਾ ਐਕਚੁਅਲੀ, ਪਰ ਫਿਰ ਉਹ ਕਿੰਨੀ ਵਾਰ ਸਾਨੂੰ ਮੁੜ ਉਹ ਸਹਿਣਾ ਪੈਂਦਾ। ਸੋ ਇੱਥੇ ਆ ਕੇ ਜਿਹੜੀ ਉਹ ਫਿਰ ਸਾਹਿਤ ਆ ਜਿਹੜਾ ਮੀਡੀਆ ਰਚ ਰਿਹਾ, ਉਹ ਪੱਤਰਕਾਰੀ ਦੇ ਰੂਪ ਵਿੱਚ ਇੱਕ ਸਮਝ ਲਓ ਕਿ ਉਹ ਉੱਚ ਪੱਧਰ ਦਾ ਸਾਹਿਤ ਨਹੀਂ ਆ, ਪਰ ਉਹ 'ਚ ਵੀ ਉਹੋ ਜਿਹੀ ਫਿਕਰੇਬਾਜ਼ੀ ਕੀਤੀ ਜਾਂਦੀ ਆ, ਉਹ 'ਚ ਵੀ ਉਹੋ ਜਿਹੇ ਫਿਕਰੇ ਬਣਾਏ ਜਾਂਦੇ ਆ ਕਿ ਉਹ ਵੀ ਇੱਕ ਆਪਣਾ ਰੋਲ, ਨੈਗੇਟਿਵ ਰੋਲ, ਉਹਨੂੰ ਕਾਊਂਟਰ ਕਰਨ ਲਈ ਵੀ ਸਾਨੂੰ ਆਪਣਾ ਇੱਕ ਮੀਡੀਆ, ਸਾਨੂੰ ਆਪਣਾ ਇੱਕ ਸਾਹਿਤ, ਸਾਨੂੰ ਆਪਣੇ ਇੱਕ ਜਵਾਬ ਸਾਨੂੰ ਤਿਆਰ ਕਰ ਰਹੇ ਪੈਂਦੇ। ਉਹ ਉਸ 'ਚ ਵੀ ਸਾਹਿਤ। ਤੇ ਉੱਥੇ ਮੈਂ ਅਖੀਰ ਤੇ ਜਾਣੀ ਜਿਹੜਾ ਇਹਦੇ 2 ਬੰਦ ਅਖੀਰਲੇ ਨੇ, ਉਹ ਜੇ ਕਿ ਉਹ ਉੱਥੇ ਬੰਦੇ ਉਹ ਵੀ ਨੇ ਜਿਨ੍ਹਾਂ ਕੋਲ ਕੋਈ ਸਿਆੜ ਨਹੀਂ ਗਾ, ਜ਼ਮੀਨ ਨਹੀਂ ਆ। ਚਲੋ ਇੱਕ ਤਾਂ ਮਸਲਾ ਆਪਾਂ ਕਹਿੰਦੇ ਵੀ ਆੜਤੀਆਂ ਦਾ ਜਾਂ ਜਿਹੜੇ ਹੋਰ ਮਜ਼ਦੂਰ ਉੱਤੇ ਆਸ਼ਰਿਤ ਨੇ, ਮੰਡੀ ਵਾਲੇ। ਪਰ ਇੱਥੇ ਮੈਂ ਇੱਕ ਹੋਰ ਗੱਲ ਕਰਦਾ, ਕਿ ਉਹ ਕਹਿੰਦਾ ਕਿ ਤੇਰੇ ਕੋਲ ਤਾਂ 4 ਸਿਆੜ ਨਹੀਂ, ਤੂੰ ਇੱਥੇ ਕਿੱਥੇ ਫਿਰਦਾ ਹੈ, ਤੇਰੀ ਗੁੰਮਰਾਹੀ ਸਿਰੇ ਹੀ ਹੈ, ਐਵੇਂ ਕਮਲਾ ਹੋਇਆ ਫਿਰਦਾ। ਯਾਨੀ ਉਹਨੂੰ ਇੱਕ ਸਵਾਲ ਹੈ ਵੀ ਤੂੰ ਕੀ ਇਹ ਤੇਰਾ ਮਸਲਾ ਹੈ, ਤੇਰੇ ਕੋਲ ਤਾਂ 4 ਸਿਆੜ ਨਹੀਂ, ਤੂੰ ਇੱਥੇ ਕਿੱਥੇ ਫਿਰਦਾ ਹੈ, ਤੇਰੀ ਗੁੰਮਰਾਹੀ ਸਿਰੇ ਹੀ ਹੈ, ਐਵੇਂ ਕਮਲਾ ਹੋਇਆ ਫਿਰਦਾ ਹੈ। ਤੇ ਉਹਦਾ ਜਵਾਬ ਹੈ ਕਿ ਜੀ ਮੈਂ ਚੇਲਾ ਹਾਂ ਉਸ ਕੁਰਾਈਏ ਦਾ, ਜਿਹਦਾ ਥਾਲ ਪੂਰੇ ਅਸਮਾਨ ਦਾ ਹੈ। ਉਹ ਕਹਿੰਦਾ ਜੀ ਮੈਂ ਤਾਂ, ਉਹ ਬੜੇ ਵਿਅੰਗ ਨਾਲ ਜਵਾਬ ਦਿੰਦਾ ਵੀ ਮੈਂ ਤਾਂ ਜੀ ਉਸ ਕੁਰਾਈਏ ਦਾ ਚੇਲਾ, ਜਿੱਥੇ ਯਾਨੀ ਆਪਾਂ ਗੁਰੂ ਨਾਨਕ ਸਾਹਿਬ ਨੂੰ ਉਹ ਰੈਫਰ ਕਰਦਾ ਕਿ ਉਹਨਾਂ ਨੂੰ ਵੀ ਕਿਸੇ ਵੇਲੇ ਕੁਰਾਈਆ ਕਿਹਾ ਗਿਆ ਸੀ, ਕਿ ਤੁਸੀਂ ਉਹ ਰਾਤ ਜਦੋਂ ਉਹਨਾਂ ਨੇ ਮਤਲਬ ਜਿਹੜੇ ਰੀਤੀ ਨੂੰ ਨੈਗੇਟਿਵ, ਕਿ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ, ਕਿ ਉਹਨਾਂ ਰੀਤਾਂ ਨੂੰ ਜਦੋਂ ਉਹਨਾਂ ਨੇ ਤਿਆਗਿਆ, ਜਿਹੜੀਆਂ ਪਿਆਰੇ ਤੋਂ ਦੂਰ ਜਾਂਦੀਆਂ ਸੀ, ਤਾਂ ਉਹਨਾਂ ਨੂੰ ਵੀ ਕੁਰਾਈਆ ਕਿਹਾ ਗਿਆ। ਤਾਂ ਉਹ ਕਹਿੰਦਾ ਮੈਂ ਤਾਂ ਜੀ ਮੈਂ ਤਾਂ ਮੈਂ ਤਾਂ ਅੱਗੇ ਕੁਰਾਈਆ, ਮੈਂ ਤਾਂ ਕੁਰਾਈਏ ਦਾ ਚੇਲਾ ਆ, ਜਿਹਦੇ ਲਈ ਥਾਲ ਵੀ ਅਸਮਾਨ ਦੇ ਬਰਾਬਰ ਹੈ। ਔਰ ਇਹਦਾ ਅਖੀਰ 'ਚ ਹੁੰਦਾ ਕਿ ਵਾਹ
ਪਾਤਰ ਤੂੰ ਵੀ ਇੱਥੇ ਹੈ, ਤੇਰੀ ਕਿਸ ਜ਼ਮੀਨ ਨੂੰ ਖਤਰਾ ਹੈ। ਮੇਰੇ ਬੋਲਾਂ ਨੂੰ, ਮੇਰੀ ਕਵਿਤਾ ਨੂੰ, ਮੇਰੀ ਸੁਰ ਜ਼ਮੀਨ ਨੂੰ ਖਤਰਾ ਹੈ। ਸੁਰ ਜ਼ਮੀਨ ਮੇਰੀ ਕਿਤਾਬ ਦਾ ਨਾਂ ਆ, ਜਿਹੜੀ ਜਾਣੀ ਮੈਂ 6-7 ਸਾਲ ਪਹਿਲਾਂ ਲਿਖੀ ਸੀ। ਤੋ ਮੈਂ ਸ਼ਬਦ ਤਾਂ ਸਰਜ਼ਮੀਨ ਆ, ਆਪਾਂ ਕਹਿੰਦੇ ਕਿ ਹਿੰਦ ਦੀ ਸਰਜ਼ਮੀਨ, ਪਰ ਮੈਂ ਉਹਨੂੰ ਸੁਰ ਜ਼ਮੀਨ ਬਣਾਇਆ, ਉਹਦੇ ਸੱਸੇ ਤੇ ਔਂਕੜ ਲਾ ਕੇ, ਕਿ ਮੇਰੇ ਕੋਲ ਮੇਰੀ ਸੁਰ ਜ਼ਮੀਨ ਆ। ਸੁਰ ਜ਼ਮੀਨ ਆ ਕਿ ਮੇਰੇ ਕੋਲ ਮਿਊਜ਼ਿਕ ਦੀ, ਮੇਰੇ ਕੋਲ ਸ਼ਾਇਰੀ ਦੀ ਜ਼ਮੀਨ ਆ। ਤੇ ਵਾਹ ਪਾਤਰ ਤੂੰ ਵੀ ਇੱਥੇ ਹੈ, ਤੇਰੀ ਕਿਸ ਜ਼ਮੀਨ ਨੂੰ ਖਤਰਾ ਏ। ਮੇਰੇ ਬੋਲਾਂ ਨੂੰ, ਮੇਰੀ ਕਵਿਤਾ ਨੂੰ, ਮੇਰੀ ਸੁਰ ਜ਼ਮੀਨ ਨੂੰ ਖਤਰਾ ਏ। ਮੇਰਾ ਹਰਫ ਹਰਫ ਤੇਰੀ ਜ਼ਦ ਵਿੱਚ ਹੈ, ਮੇਰਾ ਹਰਫ ਹਰਫ ਤੇਰੀ ਜ਼ਦ ਵਿੱਚ ਹੈ। ਮੇਰਾ ਮਸਲਾ ਉਹਨੂੰ ਬਚਾਉਣ ਦਾ ਹੈ। ਕਿ ਆਪਾਂ ਦੇਖਦੇ ਹਾਂ ਕਿ ਕਿੱਦਾਂ ਜਾਣੀ ਬਾਰਬਰਾ ਰਾਓ ਪੋਇਟ ਨੂੰ ਕੈਦ ਕੀਤਾ ਹੋਇਆ ਕਦ ਦਾ, ਕਿ ਇੱਕ ਤਰ੍ਹਾਂ ਉਹਨੂੰ ਮਤਲਬ ਉੱਥੇ ਉਹ ਕਵਿਤਾ ਨੂੰ ਵੀ ਸਿਰਫ ਖੇਤੀ ਨੂੰ, ਸਫ਼ਿਆਂ ਨੂੰ ਨਹੀਂ, ਉਹ ਹਰਫਾਂ ਨੂੰ ਵੀ ਕੈਦ ਕਰਦੇ ਨੇ। ਸੋ ਇਹ ਮੈਂ ਸਮਝਦਾ ਕਿ ਜਿਹੜੀ ਚੀਜ਼ ਦਾ, ਕਿ ਮੈਂ ਜਦੋਂ ਕਹਿੰਦਾ ਕਿ ਸਾਹਿਤ ਦਾ ਰੋਲ ਕੀ ਆ, ਸੋ ਇਸ ਨੂੰ ਜਦੋਂ ਕੋਈ ਪੜ੍ਹਦਾ ਤਾਂ ਉਹਨੂੰ ਉਹਦੇ ਮਨ 'ਚ ਇੱਕ ਇਸ ਅੰਦੋਲਨ ਬਾਰੇ ਸਪਸ਼ਟਤਾ ਆਉਂਦੀ ਆ। ਬੰਦੇ ਦੇ ਆਪਣਾ ਮਨ ਜਿਹੜਾ ਉਹ ਉਸ ਗੱਲ ਤੋਂ ਕਲੀਅਰ ਹੁੰਦਾ ਕਿ ਮੈਂ ਇਸ ਗੱਲ ਨੂੰ, ਇਸ ਗੱਲ ਦਾ ਮੇਰੇ ਲਈ ਕੀ ਮਤਲਬ ਹੈ। ਸੋ ਇਸ ਲਈ ਸਾਹਿਤ ਨੇ ਇਸ ਅੰਦੋਲਨ 'ਚ ਇਹਨੂੰ ਇੱਕ ਅਰਥ, ਇਹਦੇ ਅਰਥ ਸਮਝਣ ਵਿੱਚ ਵੀ, ਤੇ ਇਹਨੂੰ ਇੱਕ ਵੱਡਾ ਅਰਥ ਦੇਣ 'ਚ ਵੀ ਬਹੁਤ ਰੋਲ ਅਦਾ ਕੀਤਾ। ਔਰ ਦੂਜੀ ਗੱਲ ਸੀ ਕਿ ਜਿਹੜੀ ਇੱਕ ਅਸੀਂ ਇਸ ਅੰਦੋਲਨ 'ਚ ਜਿਹੜੇ ਸਾਡੇ ਜਦੋਂ ਅਸੀਂ ਕਹਿੰਦੇ ਕਿ ਸਾਡੀ ਰੀਤ ਸੀ, ਜੋ ਸਾਡੀਆਂ ਪਿਰਤਾਂ ਸੀ, ਉਹਨਾਂ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ। ਬੇਸ਼ੱਕ ਉਹ ਪੰਗਤ ਦੀ, ਸੰਗਤ ਪੰਗਤ ਲੰਗਰ ਦੀ ਆ, ਜਾਂ ਇਹ ਆ ਕਿ ਅਸੀਂ ਉਹ ਸਾਰੇ ਕੁਝ ਨੂੰ, ਜਿਵੇਂ ਕਿਸੇ ਨੇ ਪਿੱਛੇ ਜੇ ਕਿਹਾ ਕਿ ਉਹ ਕਹਿੰਦਾ ਤੁਸੀਂ ਭਗਤ ਸਿੰਘ ਦਾ ਰਸਤਾ ਛੱਡ ਕੇ ਤੇ ਤੁਸੀਂ ਗਾਂਧੀ ਦੇ ਰਸਤੇ ਤੇ ਪੈ ਗਏ। ਪਰ ਉਹ ਚੋਂ ਵੀ ਕਿਸੇ ਨੇ ਸਾਹਿਤ ਚੋਂ ਦੱਸਤਾ, ਉਹ ਕਹਿੰਦਾ ਕਿ ਤੁਸੀਂ ਭੁੱਲ ਗਏ ਕਿ ਗਾਂਧੀ ਤੋਂ ਵੀ ਬਹੁਤ ਪਹਿਲਾਂ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਆ, ਤੇ ਕਿੰਨੀ ਗੁਰੂ ਕੇ ਬਾਗ ਵਿੱਚ ਜਦੋਂ C.F. ਐਂਡਰਿਊਜ਼ ਨੇ ਦੇਖਿਆ ਕਿ ਕਿੱਦਾਂ ਸਿੰਘ ਪਾਠ ਕਰਦੇ ਜਾਂਦੇ ਆ, ਉਹਨਾਂ ਨੂੰ ਉਹ ਲਾਠੀਆਂ ਨਾਲ, ਜਿਹੜੇ ਬਰਤਾਨਵੀ ਸਿਪਾਹੀ ਆ ਤੇ ਹਿੰਦੁਸਤਾਨੀ ਸਿਪਾਹੀ ਆ, ਉਹ ਲਾਠੀਆਂ ਨਾਲ ਉਹਨੂੰ ਸੁੱਟ ਦਿੰਦੇ ਆ, ਉਹ ਡਿੱਗ ਪੈਂਦੇ, ਫਿਰ ਉੱਠ ਕੇ ਉਹ ਪਾਠ ਕਰਦੇ ਅੱਗੇ ਤੁਰ ਪੈਂਦੇ ਆ। ਤੇ C.F. ਐਂਡਰਿਊਜ਼ ਨੇ ਕਿਹਾ ਕਿ ਮੈਂ ਉੱਥੇ ਈਸਾ ਦੀ ਸਲੀਬ ਦੀ ਸ਼ੈਡੋ ਦੇਖੀ, ਕਿ ਮੈਨੂੰ ਮੇਰਾ ਈਸਾ ਯਾਦ ਆਇਆ, ਕਿ ਉਹ ਜਦ ਕਿ ਗਾਂਧੀ ਹੋਰਾਂ ਦੇ ਨੌਨ ਵਾਇਲੈਂਸ ਵਾਲੇ ਉਹ ਸਾਰੇ ਕੁਝ ਤੋਂ ਪਹਿਲਾਂ ਦੀਆਂ ਗੱਲਾਂ ਨੇ। ਔਰ ਮਹਾਤਮਾ ਗਾਂਧੀ ਖੁਦ ਲਿਖਦਾ ਕਿ ਪਹਿਲੀ ਜਿਹੜੀ ਵਾਰ ਆਫ ਇੰਡੀਪੈਂਡੈਂਸ ਆਪਾਂ ਬੈਟਲ ਆਫ ਇੰਡੀਪੈਂਡੈਂਸ ਜਿੱਤ ਲਈ ਆ। ਕਿ ਸੋ ਇਹ ਟ੍ਰੈਡੀਸ਼ਨ ਇਹਨੂੰ ਇਸ ਤਰ੍ਹਾਂ ਕਰਕੇ ਉਹ ਵੀ ਉੱਥੇ ਜਾਨੀ ਸਾਹਿਤ ਚੋਂ ਜਵਾਬ ਆਇਆ, ਸਾਡੇ ਇਤਿਹਾਸ ਚੋਂ ਜਵਾਬ ਆਇਆ। ਨਨਕਾਣਾ ਸਾਹਿਬ ਵਿੱਚ ਜੋ ਆਪਾਂ ਜਾਣਦੇ ਕਿ ਜਿਸ ਤਰ੍ਹਾਂ ਦਰਖਤ ਨਾਲ, ਜੰਡ ਨਾਲ ਬੰਨ ਕੇ ਸਾੜਿਆ ਗਿਆ, ਕਿੰਨੀ ਕਤਲੇਆਮ ਹੋਈ, ਔਰ ਕਿਸ ਸ਼ਾਂਤੀ ਨਾਲ ਦੁਨੀਆ ਤਰਾਹ ਕਰ ਉੱਠੀ ਕਿ ਵੀ ਇਹ ਸ਼ਾਂਤਮਈ ਸੰਘਰਸ਼ ਦੇ ਸੂਰਬੀਰ ਵੀ ਹੋ ਸਕਦੇ ਆ। ਕਿ ਜ਼ਰੂਰੀ ਨਹੀਂ ਕਿ ਜਿਹੜੀ ਆਪਾਂ ਹਥਿਆਰਾਂ ਨਾਲ ਜੰਗ ਲੜਦੇ ਉਹਦੀ ਸੂਰਬੀਰਤਾ ਹੁੰਦੀ, ਇੱਕ ਸ਼ਾਂਤਮਈ ਸੂਰਬੀਰਤਾ ਵੀ ਇੱਕ ਮਿਸਾਲ ਹੁੰਦੀ ਹੈ। ਤੋ ਸੋ ਉਹ ਵੀ ਮੈਂ ਸਮਝਦਾ ਕਿ ਉਹ ਸਾਹਿਤ, ਬੇਸ਼ੱਕ ਉਸ ਸਮੇਂ ਦੀਆਂ ਕਵਿਤਾਵਾਂ ਹੋਣ ਜਾਂ ਬਸ ਉਸ ਸਮੇਂ ਦਾ ਲਿਖਿਆ ਬੜਾ ਭਾਵਨਾਪੂਰਨ ਸਾਹਿਤ ਹੋਵੇ, ਉਹ ਵੀ ਸਾਡੇ ਕੰਮ ਆਇਆ ਇਸ ਅੰਦੋਲਨ ਦੇ ਦੌਰਾਨ। ਤੋ ਬਾਕੀ ਜੋ ਤੁਹਾਡੇ ਮਨ 'ਚ ਕੋਈ ਹੋਵੇ ਗੱਲਬਾਤ, ਅਸੀਂ ਗੱਲਬਾਤ ਕਰ ਸਕਦੇ ਹਾਂ। ਜੀ ਸਰ ਮੈਨੂੰ ਲੱਗਦਾ ਕਿ ਬੜਾ ਵਿਸਥਾਰ ਪੂਰਵਕ ਸਾਹਿਤ ਤੇ ਇਸ ਅੰਦੋਲਨ ਦੀ ਇੱਕ ਜਿਹੜੀ ਗੂੜੀ ਭੂਮਿਕਾ ਤੁਸੀਂ ਉਹਨੂੰ ਦੱਸਿਆ। ਤਾਂ ਸਰ ਇੱਕ ਸਾਡੇ ਕੋਲ ਜਿੱਦਾਂ ਇੱਕ ਸਵਾਲ ਕਿਸੇ ਨੇ ਪੁੱਛਿਆ ਸੀਗਾ, ਜਿਵੇਂ ਤੁਸੀਂ ਕਿਹਾ ਕਿ ਅਸੀਂ ਮੈਂ ਤੋਂ ਅਸੀਂ ਤੇ ਆ ਗਏ, ਸੋ ਕਿਤੇ ਨਾ ਕਿਤੇ ਇਹਦਾ ਜਿਹੜਾ ਫਿਊਚਰਿਸਟਿਕ, ਜਦੋਂ ਅਸੀਂ ਭਵਿੱਖ ਦੀ ਗੱਲ ਕਰਦੇ ਹਾਂ, ਤੇ ਭਵਿੱਖ ਦੇ ਵਿੱਚ ਇਹ ਕਿਸਾਨੀ ਤੋਂ ਇਲਾਵਾ, ਜਿਵੇਂ ਤੁਸੀਂ ਦੱਸਿਆ ਕਿ ਹੋਰ ਵੀ ਬੜੇ ਮਸਲੇ ਨੇ ਜਿਹਨੂੰ ਇਹ ਪ੍ਰਭਾਵਿਤ ਕਰ ਸਕਦਾ, ਸੋ ਇਹਨੂੰ ਭਵਿੱਖ ਦੇ ਵਿੱਚ ਕਿਵੇਂ ਤੁਸੀਂ ਵੇਖਦੇ ਹੋ ਇਸ ਅੰਦੋਲਨ ਨੂੰ?
ਦੇਖੋ ਇਹ ਬਹੁਤ ਵਾਰੀ ਬਹੁਤ ਸਵਾਲ ਬਹੁਤ ਵਾਰ ਸੋਚਿਆ ਗਿਆ ਇਸ ਬਾਰੇ ਕਿ ਜਿਵੇਂ ਤੁਸੀਂ ਕਹਿੰਦੇ ਕਿ ਵੀ ਉੱਤਰ ਕਿਸਾਨ ਮੋਰਚਾ ਕਿ ਮੰਨ ਲਓ ਅਸੀਂ ਕਹਿੰਦੇ ਕਿ ਉੱਥੋਂ ਫਤਿਹ ਅਸੀਂ ਤਿੰਨੇ ਕਾਨੂੰਨ ਰੱਦ ਕਰਾ ਕੇ ਆਉਨੇ ਆ ਤੇ ਅਸੀਂ ਫਿਰ ਪੰਜਾਬ ਆਉਨੇ ਆ ਔਰ ਜੇ ਸਾਨੂੰ ਜਿਵੇਂ ਸਾਰੀਆਂ ਫਸਲਾਂ ਲਈ ਅਸੀਂ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਵੀ ਹੋ ਜਾਂਦੀ ਆ ਤੇ ਫਿਰ ਕੀ ਹੋਗਾ। ਸੋ ਕੀ ਅਸੀਂ ਇਸ ਅਸੀਂ ਤਾਂ ਨੂੰ ਜਾਂ ਅਸੀਂ ਪਨ ਨੂੰ ਅਸੀਂ ਰੱਖਾਂਗੇ ਜਾਂ ਅਸੀਂ ਕਿਸ ਤਰ੍ਹਾਂ ਦਾ ਸਮਾਜ ਸਿਰਜਾਂਗੇ। ਸੋ ਮੈਂ ਆਪਣੇ ਆਰਟੀਕਲਾਂ 'ਚ ਇਹੀ ਲਿਖਿਆ ਵੀ ਜਿਵੇਂ ਜਿਵੇਂ ਕੋਈ ਮਾਂ ਨੂੰ ਪੁੱਤਰ ਪੁੱਛਦੇ ਕਿ ਮਾਂ ਕੀ ਲੈ ਕੇ ਆਈਏ ਤੇਰੇ ਲਈ ਵੀ ਅਸੀਂ ਇੱਥੇ ਆਏ ਹੋਏ ਹਾਂ ਤਾਂ ਧਰਤੀ ਮਾਂ ਵੀ ਜਿਵੇਂ ਪੰਜਾਬ ਦੀ ਪਿੱਛੇ ਵੀ ਉਹਨੂੰ ਪੁੱਛਦੇ ਮਾਂ ਤੇਰੇ ਵਾਸਤੇ ਅਸੀਂ ਕੀ ਲੈ ਕੇ ਆਈਏ। ਤੇ ਮੈਂ ਕਿਹਾ ਵੀ ਉਹ ਇਹੀ ਹੋਊਗੀ ਵੀ ਤੁਸੀਂ ਮੇਰੇ ਲਈ ਏਕਤਾ ਵੀ ਹੋਰ ਬੇਸ਼ੱਕ ਕੁਛ ਨਾ ਲੈ ਕੇ ਆਇਓ, ਮੇਰੇ ਲਈ ਉੱਚੀਆਂ ਕਦਰਾਂ ਕੀਮਤਾਂ ਏਕਤਾ ਔਰ ਦਿਖਾਵੇ ਤੋਂ ਦੂਰੀ ਔਰ ਸਾਦਗੀ ਇਹ ਚੀਜ਼ਾਂ ਮੇਰੇ ਲਈ ਲੈ ਕੇ ਆਇਓ ਔਰ ਦੂਸਰਿਆਂ ਦਾ ਦਰਦ ਮਹਿਸੂਸ ਕਰਨਾ ਇਹ ਕੁਛ ਲੈ ਕੇ ਆਇਓ। ਮਤਲਬ ਮੇਰੇ ਮਨ 'ਚ ਇੱਕ ਕਵੀ ਦੇ ਤੌਰ ਤੇ ਸੁਪਨਾ ਆਇਆ ਕਿ ਇਹ ਅੰਦੋਲਨ ਪੰਜਾਬ ਦੀ ਮਾਨਸਿਕਤਾ ਨੂੰ ਜ਼ਰੂਰ ਬਦਲੂਗਾ ਕਿ ਇਹਦੇ ਵਿੱਚ ਜਾਣੀ ਸਮਝ ਲਓ ਕਿ ਇਹ 'ਚ ਕਿੰਨੀ ਰਾਜਸੀ ਚੇਤਨਾ ਲੋਕਾਂ ਵਿੱਚ ਆਈ ਆ ਔਰ ਕਿੰਨੀ ਇੱਕ ਉਹਨਾਂ ਨੇ ਮਹਿਸੂਸ ਕੀਤਾ ਕਿ ਅਸੀਂ ਕਿ ਇੱਥੇ ਅਸੀਂ ਬੇਸ਼ੱਕ ਇੰਨੀ ਠੰਡ 'ਚ ਬੈਠੇ ਆ ਇੰਨੇ ਸ਼ਹੀਦ ਵੀ ਹੋਏ ਜਾਨਾਂ ਵੀ ਨਿਸ਼ਾਵਰ ਹੋਈਆਂ ਪਰ ਫਿਰ ਵੀ ਅਸੀਂ ਇੱਕ ਮਹਿਸੂਸ ਕਰ ਰਹੇ ਹਾਂ ਕਿ ਜਿਵੇਂ ਸਾਡੀ ਜ਼ਿੰਦਗੀ ਨੂੰ ਇੱਕ ਮੰਤਵ ਮਿਲ ਗਿਆ, ਸਾਨੂੰ ਇੱਕ ਮਨੋਰਥ ਮਿਲ ਗਿਆ। ਸੋ ਇਹ ਸਾਡੇ ਇੱਕ ਇਤਿਹਾਸ ਇਹ ਸਾਡੇ ਇੱਕ ਬਹੁਤ ਨੇੜੇ ਦੇ ਰੀਸੈਂਟ ਪਾਸਟ ਦਾ ਇਤਿਹਾਸ ਬਣੂਗਾ। ਸੋ ਜਿੱਦਾਂ ਸਾਨੂੰ ਪੁਰਾਣੇ ਇਤਿਹਾਸ ਸਾਨੂੰ ਸ਼ੇਪ ਕਰਨ 'ਚ ਹਿੱਸਾ ਪਾਉਂਦਾ ਮੈਂ ਸਮਝਦਾ ਕਿ ਇਹ ਵੀ ਸਾਨੂੰ ਸ਼ੇਪ ਕਰਨ 'ਚ ਜ਼ਰੂਰ ਹਿੱਸਾ ਪਾਊਗਾ। ਦੂਜੀ ਗੱਲ ਹੈ ਕਿ ਇਹੋ ਇੱਕ ਤਰ੍ਹਾਂ ਮਤਲਬ ਇਸ ਅੰਦੋਲਨ ਦੀ ਹੁਣ ਇਹ ਹੈ ਕਿ ਇਹ ਅੰਦੋਲਨ ਇਦਾਂ ਹੀ ਹੋਇਆ ਕਿ ਜੇ ਇਹ ਅੰਦੋਲਨ ਵੀ ਨੂੰ ਵੀ ਪਿੱਛਾ ਮੁੜਨਾ ਪੈ ਗਿਆ ਤੇ ਸ਼ਾਇਦ ਅੰਦੋਲਨਾਂ ਦੀ ਜਾਂ ਲੋਕ ਅੰਦੋਲਨਾਂ ਦੀ ਇੱਕ ਬਹੁਤ ਸਮਝ ਲਓ ਇੱਕ ਬਹੁਤ ਦੁਖਦਾਈ ਦਿਨ ਹੋਊਗਾ। ਇਹਨੂੰ ਜਿੱਤਣਾ ਇਸ ਲਈ ਵੀ ਜ਼ਰੂਰੀ ਆ ਕਿ ਇਹਦੇ ਪਿੱਛੇ ਬਹੁਤ ਕੁਝ ਹੈ ਕਿ ਇਹ ਆਖਰੀ ਅੰਦੋਲਨ ਨਾ ਹੋ ਜਾਵੇ ਕਿ ਜਿੱਦਾਂ ਜਿੰਨੀ ਸ਼ਕਤੀ ਨਾਲ ਜਿੰਨੀ ਭਾਵਨਾ ਨਾਲ ਇਹ ਅੰਦੋਲਨ ਉੱਠਿਆ ਔਰ ਥਿੜਕ ਕੇ ਫਿਰ ਉੱਠਿਆ ਡਿੱਗ ਕੇ ਫਿਰ ਉੱਠਿਆ ਫਿਰ ਕਾਇਮ ਹੋਇਆ। ਤੋ ਇਹਦਾ ਇੱਕ ਆਪਣਾ ਇਤਿਹਾਸ ਆ ਜਿਹੜਾ ਮੇਰੇ ਮਨ 'ਚ ਆ ਕਿ ਇਹਦਾ ਬਹੁਤ ਇੱਕ ਮੁਖੀ ਅਸਰ ਪੰਜਾਬ ਉੱਪਰ ਪਊਗਾ। ਸੋ ਇਹ ਮੈਂ ਆਸ ਵੀ ਕਰਦਾ ਤੇ ਅਰਦਾਸ ਵੀ ਕਰਦਾ ਕਿ ਪਰ ਅਸੀਂ ਸਾਰੇ ਸੋਚਦੇ ਹਾਂ ਕਿ ਇਹਦੇ ਕੀ ਅਸਰ ਇਹ ਬਾਰੇ ਬਹੁਤ ਵਾਰੀ ਸੋਚਿਆ ਜਾਂਦਾ। ਅਸੀਂ ਮਿਲ ਕੇ ਵੀ ਕੋਈ ਦੋਸਤ ਬੈਠ ਕੇ ਸੋਚਿਆ ਵੀ ਇਹ ਵੀ ਸੋਚੋ ਕਿ ਉਹ ਤੋਂ ਬਾਅਦ ਫਿਰ ਕੀ ਕਰਨਾ ਕਿ ਉਦੋਂ ਪੰਜਾਬ ਕਿੱਦਾਂ ਦਾ ਹੋਊਗਾ। ਤੇ ਪਰ ਮੇਰੇ ਮਨ 'ਚ ਇਹ ਹੈ ਕਿ ਇਹਨਾਂ ਦਿਨਾਂ ਨੇ ਸਾਨੂੰ ਬਹੁਤ ਕੁਝ ਸੋਚਣਾ ਵੀ ਸਿਖਾਇਆ, ਬਹੁਤ ਕੁਝ ਮਹਿਸੂਸ ਕਰਨਾ ਵੀ ਸਿਖਾਇਆ। ਜਿੰਨਾ ਵੀ ਪੀਰੀਅਡ ਸੀਗਾ ਇਹ ਸਾਡੇ ਲਈ ਬੜਾ ਆਤਮ ਮੰਥਨ ਦਾ ਵੀ ਸਮਾਂ ਸੀਗਾ ਕਿ ਅਸੀਂ ਬਹੁਤ ਕੁਝ ਸੋਚਿਆ ਵੀ ਹੈ ਔਰ ਇਹ ਸਾਡੇ ਸਾਹਿਤ ਨੂੰ ਵੀ ਬਦਲੂਗਾ ਕਿ ਤੁਸੀਂ ਸਾਹਿਤ ਦਾ ਰੋਲ ਕਿਹਾ ਕਿ ਇਹਦੇ ਨਾਲ ਸਾਡੇ ਸਾਹਿਤ ਵਿੱਚ ਵੀ ਸਾਡੇ ਕਲਾਕਾਰਾਂ ਵਿੱਚ ਵੀ ਹੋਰ ਤਰ੍ਹਾਂ ਦੀ ਇੱਕ ਚੇਤਨਾ ਆਉਗੀ ਕਿ ਜੇ ਅਸੀਂ ਅਜੇ ਕਾਫੀ ਵਿਅਕਤੀਵਾਦ ਰੌਂ ਸੀਗਾ ਪਰ ਇਹ ਜੋ ਅੰਦੋਲਨ ਹੈ ਇਹ ਸਾਡੇ ਸਾਹਿਤ ਨੂੰ ਥੋੜਾ ਇੱਕ ਵਧੇਰੇ ਉਹਨੂੰ ਲੋਕਾਂ ਨਾਲ ਜੋੜਨ ਵਾਲਾ ਤੇ ਲੋਕਾਂ ਦੇ ਮਸਲਿਆਂ ਨਾਲ ਜੋੜਨ ਵਾਲਾ ਤੇ ਪੂਰੀ ਤਰ੍ਹਾਂ ਪੰਜਾਬ ਦਾ ਜਿਵੇਂ ਕਹਿੰਦੇ ਕਿ ਇੱਕ ਕੰਕਰੀਟ ਤਰ੍ਹਾਂ ਇੱਕ ਹੁੰਦਾ ਕਿ ਇੱਕ ਹਵਾਈ ਤੌਰ ਤੇ ਸੋਚਣਾ ਕਿ ਅਸੀਂ ਹਵਾਈ ਜਾਂ ਕਲਪਨਾ ਦੇ ਲੈਵਲ ਸੋਚਣਾ ਪਰ ਹੁਣ ਕਿ ਇਦਾਂ ਹੋਇਆ ਕਿ ਇਹ ਜਿਹੜਾ ਅੰਦੋਲਨ ਹੈ ਇਹ ਸਾਹਿਤ ਨੇ ਬਹੁਤ ਨੇੜਿਓਂ ਇੱਕ ਬਣਦਾ ਇਤਿਹਾਸ ਦੇਖਿਆ। ਸੋ ਮੈਂ ਇਹਨੂੰ ਸਮਝਦਾ ਕਿ ਇਸ ਲਈ ਇਹੋ ਸਾਡੇ ਲੋਕਾਂ ਦੇ ਮਨਾਂ ਵਿੱਚ ਵੀ ਤਬਦੀਲੀ ਲੈ ਕੇ ਆਊਗਾ ਔਰ ਸਾਡੇ ਸਾਹਿਤਕਾਰਾਂ ਦੇ ਮਨਾਂ ਵਿੱਚ ਵੀ ਸਾਡੇ ਕਲਾਕਾਰਾਂ ਦੇ ਮਨ 'ਚ ਵੀ ਤਬਦੀਲੀ ਲੈ ਕੇ ਆਊਗਾ ਕਿ ਅਸੀਂ ਕਿੱਦਾਂ ਸੋਚਣਾ, ਅਸੀਂ ਕਿੱਦਾਂ ਕਰਨਾ, ਅਸੀਂ ਕਿਸ ਤਰ੍ਹਾਂ
ਰਹਿੰਦੇ ਸੀ ਤੇ ਇੱਥੋਂ ਤੱਕ ਪਹੁੰਚੇ, ਪਰ ਹੁਣ ਅਸੀਂ ਕਿਸੇ ਵੱਖਰੀ ਤਰ੍ਹਾਂ ਤੁਰ ਕੇ ਦੇਖੀਏ, ਵੱਖਰੀ ਤਰ੍ਹਾਂ ਜੀ ਕੇ ਦੇਖੀਏ। ਸੋ ਇਹ ਮੇਰੀ ਉਮੀਦ ਹੈ। ਜੀ ਜੀ ਸਰ, ਵੱਡੀ ਤਬਦੀਲੀ ਦੇ ਆਸਾਰ ਜਿਹੜੇ ਬਣੇ ਨੇ ਸਰ, ਜਿਵੇਂ ਦਿੱਲੀ ਮੋਰਚੇ ਦੇ ਵਿੱਚ ਵੀ ਜਿਵੇਂ ਤੁਸੀਂ ਲਿਖਿਆ ਸੀ ਕਦੀ ਕਿ ਜੇ ਆਈ ਪਤਝੜ ਤੇ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੋ ਕੀ ਲੱਗਦਾ ਹੈ ਕਿ ਹੁਣ ਉਹ ਕਲਮਾਂ ਵੀ ਤਿਆਰ ਹੋ ਗਈਆਂ ਨੇ, ਉਹ ਜ਼ਮੀਨ ਵੀ ਤਿਆਰ ਹੋਈ ਪਈ ਹੈ, ਤੇ ਹੋਰ ਜਿਵੇਂ ਆਮ ਜਿਹੜੇ ਸੁਣਨ ਵਾਲੇ ਨੇ, ਕਿਵੇਂ ਅਸੀਂ ਹੋਰ ਜ਼ਿਆਦਾ ਕੰਟਰੀਬਿਊਸ਼ਨ ਕਰ ਸਕਦੇ ਹਾਂ, ਕਿਉਂਕਿ ਤੁਹਾਡੇ ਤਾਂ ਜਿਹੜੇ ਬੋਲ ਨੇ ਉਹ ਲਗਾਤਾਰ ਕੰਟਰੀਬਿਊਟ ਕਰ ਰਹੇ ਨੇ। ਸੋ ਤੁਹਾਡੀ ਕੁੱਲ ਜਿਹੜੀ ਤੁਹਾਨੂੰ ਸੁਣਨ ਵਾਲੇ ਨੇ, ਚਾਹਣ ਵਾਲੇ ਨੇ, ਉਹਨਾਂ ਨੂੰ ਕੀ ਨਸੀਹਤ ਹੈ, ਕੀ ਸਲਾਹ ਹੈ ਇਹਦੇ ਸੰਬੰਧ ਵਿੱਚ ਸਰ? ਦੇਖੋ, ਇੱਕ ਜਿਹੜੀ ਮੈਂ ਸਮਝਦਾ ਕਿ ਇੱਕ ਹੁਣ ਮੈਂ ਸਵਾਲ ਇੱਥੇ ਮੇਰੇ ਲਈ ਸੀਗਾ ਕਿ ਵੀ ਆਗੂਆਂ ਦੀ ਮੈਂ ਨੂੰ ਕਿੱਦਾਂ, ਇੱਕ ਸਵਾਲ ਇੱਥੇ ਮੇਰੀ ਸਕਰੀਨ ਤੇ ਆਇਆ, ਕਿਸੇ ਨੇ ਪੁੱਛਿਆ। ਤੋ ਦੇਖੋ, ਮੈਂ ਸਮਝਦਾ ਕਿ ਜਿਵੇਂ ਗੁਰੂ ਅਰਜਨ ਸਾਹਿਬ ਦਾ ਵਾਕ ਹੈ ਕਿ ਮਾਟੀ ਕਾ ਕਿਆ ਧੋਪੇ स्वामी ਮਾਨਸ ਕੀ ਗਤ ਇਹੀ, ਕਿ ਮਤਲਬ ਅਸੀਂ ਮਾਨਵ ਜਿਹੜੇ ਆ, ਸਾਡੇ 'ਚ ਬਹੁਤ ਕੁਝ ਅਸੀਂ ਜਾਣੀ ਸਮਝ ਲਓ, ਜਦੋਂ ਨਿਤ ਪਾਠ ਵੀ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਤਾਂ ਅਸੀਂ ਕਿਸੇ ਸ਼ੀਸ਼ੇ ਦੇ ਸਨਮੁਖ ਹੁੰਦੇ ਹਾਂ। ਅਸੀਂ ਇੱਕ ਐਸੇ ਸ਼ੀਸ਼ੇ ਸਨਮੁਖ ਆਉਂਦੇ ਹਾਂ ਕਿ ਅਸੀਂ ਆਪਣੇ ਮਨ ਨੂੰ ਦੇਖਦੇ ਹਾਂ ਕਿ ਮੇਰੇ ਮਨ 'ਚ ਕੀ ਹੋ ਰਿਹਾ, ਕਿ ਉਹ ਜਿਹੜੀ ਮੈਂ ਆ, ਉਹਨੂੰ ਵੀ ਬਦਲਣ 'ਚ ਸਾਹਿਤ ਨੇ ਹੀ ਰੋਲ ਅਦਾ ਕਰਨਾ। ਬੇਸ਼ੱਕ ਉਹ ਇਲਾਹੀ ਸਾਹਿਤ ਹੈ, ਬੇਸ਼ੱਕ ਉਹ ਸਾਡੇ ਵਰਗਾ ਦੁਨਿਆਵੀ ਸਾਹਿਤ ਆ। ਜਿਵੇਂ ਗੁਰੂ ਅਮਰਦਾਸ ਜੀ ਦਾ ਵਾਕਿਆ ਕਿ ਹਉਮੈ ਦੀਰਘ ਰੋਗ ਹੈ, दारू ਵੀ ਇਸ ਮਾਹੇ। ਸੋ ਇਹਦੇ ਇਸ ਮਹਾਵਾਕ ਦੇ ਅਰਥ ਇਹਦਾ ਕੀਤੇ ਜਾਂਦੇ ਕਿ ਵੀ ਹਉਮੈ ਇੱਕ ਦੀਰਘ ਰੋਗ ਹੈ, ਕਿ ਜੇ ਇਹ ਦੀਰਘ ਰੋਗ ਨਾ ਹੁੰਦਾ ਤਾਂ ਇੰਨੀ ਵਾਰ ਦਾ ਜ਼ਿਕਰ ਨਾ ਆਉਂਦਾ ਗੁਰਬਾਣੀ ਵਿੱਚ ਵੀ, ਕਿ ਇਹ ਹੈ ਨੇ, ਹਨਾ। ਉਹ ਕਹਿੰਦੇ ਪਰ दारू ਵੀ ਇਸ ਮਾਹੇ। ਤੇ ਮੈਂ ਆਪਣੇ ਲਈ ਅਰਥ ਇਹ ਦੱਸੋ ਕਿ ਜਿਹੜਾ दारू ਇਹਦੇ ਵਿੱਚ ਕਿੱਦਾਂ ਹੋਇਆ, ਕਿ ਇੱਕ ਮੇਰੀ ਇਹੋ ਆ ਕਿ ਮੈਂ ਕਹਿੰਦਾ ਕਿ ਮੈਂ ਆਪਣੇ ਮੁੰਡੇ ਦੇ ਵਿਆਹ ਤੇ ਇੰਨਾ ਘੱਟ ਖਰਚ ਕਰਾਂ। ਇੱਕ ਮੈਂ ਇਹ ਵੀ ਆ, ਪਰ ਇੱਕ ਮੈਂ ਇਹ ਆ ਕਿ ਯਾਰ ਮੈਂ ਹੋ ਕੇ ਨਾ ਭੀੜ ਚਾਲ ਚੱਲਾਂ, ਮੈਂ ਨਾ ਲੋਕਾਂ ਮਗਰ ਲੱਗਾ, ਇਹ ਵੀ ਮੈਂ ਆ। ਪਰ ਇੱਕ ਬਹੁਤ ਸੂਖਮ ਕਿਸਮ ਦੀ ਤੇ ਬਹੁਤ ਸਮਝ ਲਓ ਕਿ ਇੱਕ ਹਾਂ ਮੁਖੀ, ਇੱਕ ਪੋਜ਼ਿਟਿਵ ਮੈਂ ਆ, ਕਿ ਮੈਂ ਨਾ ਮਤਲਬ ਮੈਂ ਇਹਨਾਂ ਦਾਨਸ਼ਵਰ ਹੋ ਕੇ, ਮੈਂ ਐਡਾ ਵੱਡਾ ਕਲਾਕਾਰ ਹੋ ਕੇ ਇਹਨਾਂ ਲੋਕਾਂ ਦੇ ਮਗਰ ਲੱਗਾ, ਮੈਂ ਤੇ ਇਦਾਂ ਕਰੂੰਗਾ। ਸੋ ਉਹ ਇਹਦੇ ਵਿਚਲਾ दारू ਆ। ਸੋ ਇਹਨੂੰ ਮਤਲਬ ਹੋਣਾ ਇਦਾਂ ਹੀ ਆ ਕਿ ਸਾਨੂੰ ਸਾਡੇ ਸਾਹਿਤ ਨੂੰ, ਸਾਡੇ ਕਲਾਕਾਰਾਂ ਨੂੰ, ਸਾਡੇ ਪ੍ਰਚਾਰਕਾਂ ਨੂੰ, ਉਹ ਸਾਰੇ ਕੁਝ ਨੂੰ, ਕਿ ਅਸੀਂ ਉਸ ਮੈਂ ਨੂੰ ਇਦਾਂ ਹੀ ਕਿਸੇ ਨੂੰ ਸ਼ੁਰੂ ਕਰਨਾ ਪਊਗਾ। ਜਿੱਦਾਂ ਹੁਣ ਮਤਲਬ ਹੈ ਕੀ ਆ ਕਿ ਮੈਨੂੰ ਯਾਦ ਆ ਕਿ ਜਦ ਮੇਰੇ ਪਿੰਡ ਮੇਰੇ ਬਚਪਨ 'ਚ ਬਰਾਤ ਜਿਹੜੀ ਹੁੰਦੀ ਸੀ, ਕਈ ਵਾਰ ਪਹਿਲਾਂ 2-2 ਦਿਨ ਰਹਿੰਦੀ ਹੁੰਦੀ ਸੀ, ਫਿਰ ਇੱਕ ਰਾਤ ਰਹਿਣੀ ਸ਼ੁਰੂ ਹੋਈ। ਤੇ ਮੇਰੇ ਪਿਤਾ ਜੀ ਨੇ, ਜਦੋਂ ਮੇਰੀ ਸਿਸਟਰ ਦਾ ਵਿਆਹ ਹੋਇਆ, ਤਾਂ ਉਹਨਾਂ ਨੇ ਬਰਾਤ ਰਾਤ ਨਹੀਂ ਰੱਖੀ, ਉਹਨਾਂ ਉਸ ਦਿਨ ਹੀ ਮੋੜੀ। ਤੇ ਪਿੰਡ ਵਿੱਚ ਬਹੁਤ ਜਾਣੀ ਹੋਇਆ ਵੀ ਇਹ ਕੀ ਕੀਤਾ। ਤੇ ਉਹ ਤੋਂ ਸਮਝ ਲਓ ਕਿ 6-7 ਮਹੀਨੇ ਬਾਅਦ ਹੀ ਸਾਰੀਆਂ ਬਰਾਤਾਂ ਸਾਧਨ ਮੁੜਨ ਲੱਗੀਆਂ। ਮਤਲਬ ਇਹ ਹੈ ਕਿ ਉਸ ਗੱਲ ਨੇ ਇੱਕ ਰੋਲ ਪਲੇ ਕੀਤਾ। ਸੋ ਸਾਨੂੰ ਸਾਡੇ ਲੋਕਾਂ ਨੂੰ ਇਹ ਵਾਰ-ਵਾਰ ਅਸੀਂ ਇਦਾਂ ਕਹਿੰਦੇ ਆ ਕਿ ਵੀ ਜਿਹੜੀ ਅਸੀਂ ਆਪਣੇ ਵਾਰ-ਵਾਰ ਮਨ ਨੂੰ ਵੀ ਸਮਝਾਉਣਾ, ਅਸੀਂ ਵਾਰ-ਵਾਰ ਉਸ ਸ਼ੀਸ਼ੇ ਨੂੰ ਦੇਖਣਾ, ਕਿ ਔਰ ਵਾਰ-ਵਾਰ ਅਸੀਂ ਸਾਹਿਤ ਕੋਲੋਂ, ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਹਿਤ ਜਿੰਨੇ ਵੀ ਲੈਵਲ ਦਾ ਸਾਹਿਤ ਆ, ਹਨਾ, ਉਹ ਇੱਕ ਉੱਚਤਮ ਸਾਹਿਤ ਆ, ਇਲਾਹੀ ਬਾਣੀ ਆ। ਉਹ ਵੀ ਸਾਨੂੰ ਬਦਲਣ 'ਚ ਹਿੱਸਾ ਪਾਉਂਦੀ ਹੈ। ਸਾਡਾ ਆਪਣਾ ਸਾਹਿਤ ਬਦਲਣ 'ਚ ਪਾਉਂਦਾ, ਸਾਡਾ ਬਿਹੇਵੀਅਰ ਬਦਲਣ 'ਚ ਹਿੱਸਾ ਪਾਉਂਦਾ, ਕਿ ਇੱਕ ਮਾਹੌਲ ਬਣਾਉਣ ਦੀ ਗੱਲ ਆ ਕਿ ਅਸੀਂ ਕਿਹੋ ਜਿਹਾ ਮਾਹੌਲ ਬਣਾਉਣੇ ਆ, ਕਿ ਉਹ ਸਾਡਾ ਦਾਨਸ਼ਵਰਾਂ ਦਾ, ਸਾਡਾ ਜਿਹੜੇ ਆਪਣੇ ਆਪ ਨੂੰ ਅਸੀਂ ਬਹੁਤ ਕਹਿੰਦੇ ਕਿ ਅਸੀਂ ਥਿੰਕਰ ਹਾਂ, ਅਸੀਂ ਸੋਚਦੇ ਹਾਂ, ਜਾਂ ਅਸੀਂ ਵੱਡੇ ਸਿੱਖ ਹਾਂ ਜੀ, ਅਸੀਂ ਬਹੁਤ ਗੁਰੂ ਦੇ ਵੱਡੇ ਸਿੱਖ ਹਾਂ, ਕਿ ਉਹ ਸਾਰੇ ਉਹਨਾਂ ਸਾਰਿਆਂ ਨੂੰ ਵੀ ਆਪਣੀ ਉਹ ਜਿਹੜੀ ਹਉਮੈ ਹੈ ਨਾ, ਜਿਹਨੂੰ ਮੈਂ ਕਹਿੰਦਾ ਕਿ ਇੱਕ ਹਾਂ ਮੁਖੀ ਹਉਮੈ, ਜਿਹੜੀ ਇਹਦਾ दारू ਆ, ਕਿ ਉਸ ਤਰ੍ਹਾਂ ਦਾ ਵਿਵਹਾਰ ਕਰਨਾ ਪਊਗਾ। ਕਿ ਅਸੀਂ ਇਹ ਕੀ ਹੈ ਕਿ ਅਸੀਂ ਯਾਰ
ਮੈਂ ਗੁਰੂ ਦਾ ਸਿੱਖ ਹੋ ਕੇ ਇਦਾਂ ਕਰਾਂ, ਮੈਂ ਕਲਾਕਾਰ ਹੋ ਕੇ ਇਦਾਂ ਕਰਾਂ, ਕਿ ਇਸ ਤਰ੍ਹਾਂ ਦੀ ਸਾਨੂੰ ਪਿਰਤ ਪਾਉਣੀ ਪਊਗੀ। ਸਾਨੂੰ ਸਾਰਿਆਂ ਨੂੰ, ਸਾਡੇ ਅਧਿਆਪਕਾਂ ਨੂੰ, ਸਭ ਨੂੰ ਇਸ ਲਈ ਕੋਸ਼ਿਸ਼ ਕਰਨੀ ਪਊਗੀ, ਕਿਉਂਕਿ ਦੁੱਖ ਅਸੀਂ ਬਹੁਤ ਦੇਖ ਰਹੇ ਹਾਂ, ਔਰ ਅਸੀਂ ਜਾਨੀ ਇਸ ਸ਼ਕਤੀ ਔਰ ਪੈਸੇ ਦੇ ਰਾਹ ਤੇ ਪੈ ਕੇ ਕਲੇਸ਼ ਬਹੁਤ ਦੇਖਿਆ। ਔਰ ਇਹ ਸਾਰੇ ਕੁਛ ਨੂੰ ਯਾਨੀ ਆਪਾਂ ਨੂੰ ਇੱਕ ਨਵਾਂ ਮਾਡਲ ਜ਼ਿੰਦਗੀ ਦਾ ਬਣਾਉਣਾ। ਕਿਸੇ ਨੇ ਬੰਦੇ ਨੇ ਕਿਹਾ ਸੀਗਾ, ਉਹਨੇ ਸਲਾਹ ਦਿੱਤੀ, ਕਹਿੰਦਾ ਮੈਂ ਤਾਂ ਚਾਹੁੰਦਾ ਕਿ ਇਦਾਂ ਹੋਵੇ ਕਿ ਜਿਵੇਂ ਹੁਣ ਨੌਕਰੀਆਂ ਹੈਗੀਆਂ, ਲੋਕਾਂ ਨੂੰ 8 ਘੰਟੇ ਦੇ ਮਤਲਬ ਲੱਖਾਂ ਰੁਪਏ ਕਿਸੇ ਨੂੰ ਮਿਲਦੇ ਆ, ਵੀ ਜੇ ਇਦਾਂ ਵੀ ਹੋ ਜਾਏ ਵੀ ਨੌਕਰੀ ਨੂੰ ਤੁਸੀਂ 2 ਹਿੱਸਿਆਂ 'ਚ ਕਰ ਦਿਓ, ਕਿ 4 ਘੰਟੇ ਉਹ ਕਰਿਓ, ਉਹ ਪੈਸੇ ਤੁਸੀਂ ਅੱਧੇ ਕਰ ਦਿਓ, ਕਿ ਜੇ ਇੰਪਲੋਇਮੈਂਟ ਵਧਾਉਣੀ ਆ। ਸੋ ਇੱਕ ਮਤਲਬ ਤਾਂ ਗੱਲ ਹੈ ਕਿ ਬਾਕੀ ਦੂਜੀ ਗੱਲ ਹੈ ਕਿ ਪੋਲਿਟਿਕਸ ਨੂੰ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿ ਅਸੀਂ ਪੋਲੀਟੀਕਲ ਕਲਚਰ ਨੂੰ ਬਦਲੀਏ। ਸੋ ਇੱਦਾਂ ਹੀ ਸਾਰਾ ਕੁਝ ਹੁੰਦਾ ਕਿ ਅਸੀਂ ਯਤਨ ਕਰਾਂਗੇ ਸਾਹਿਤ ਦੇ ਪੱਧਰ ਤੇ ਵੀ, ਆਪਣੇ ਵਿਵਹਾਰ ਦੇ ਪੱਧਰ ਤੇ ਵੀ। ਔਰ ਜੇ ਅਸੀਂ ਬਾਰ-ਬਾਰ ਜਿਵੇਂ ਕਹਿੰਦੇ ਵੀ ਪੱਥਰਾਂ ਤੇ ਪਿਆ, ਅੱਜ ਤੱਕ ਕਹਿੰਦਾ, ਉਹ ਕਹਿੰਦਾ ਪੱਥਰ ਨੇ ਪਾਣੀ ਤੇ ਨਿਸ਼ਾਨ ਨਹੀਂ ਛੱਡਿਆ, ਪਾਣੀ ਹੀ ਪੱਥਰ ਤੇ ਨਿਸ਼ਾਨ ਛੱਡਦਾ। ਤੋ ਸ਼ਾਇਦ ਇਹ ਜਿਹੜੇ ਯਤਨ ਵਾਰ-ਵਾਰ ਹੋਣਗੇ ਤੇ ਅਸੀਂ ਪੱਥਰਾਂ ਤੇ, ਆਪਣੇ ਮਨ ਦੇ ਪੱਥਰਾਂ ਤੇ ਅਸੀਂ ਨਿਸ਼ਾਨ ਪਾ ਸਕੀਏ। ਸੋ ਮੈਂ ਤਾਂ ਇਹਦੇ ਵਿੱਚ ਸਾਹਿਤ ਦਾ ਔਰ ਕਲਾ ਦਾ ਔਰ ਦਾਨਸ਼ਵਰਾਂ ਦਾ ਔਰ ਪੱਤਰਕਾਰਾਂ ਦਾ ਔਰ ਆਪਣੇ ਪ੍ਰਚਾਰਕਾਂ ਦਾ ਬਹੁਤ ਵੱਡਾ ਰੋਲ ਮੰਨਦਾ, ਕਿ ਅਸੀਂ ਇਹ ਸਾਰਾ ਕੁਝ ਰਲਾ ਕੇ ਕਰਾਂਗੇ ਤਾਂ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਅਸੀਂ ਪੰਜਾਬ ਨੂੰ ਇੱਕ ਆਦਰਸ਼ ਪ੍ਰਾਂਤ ਬਣਾ, ਹਰ ਕੋਈ ਸੋਚਦਾ, ਪਰ ਮੈਂ ਸਮਝਦਾ ਕਿ ਅਸੀਂ ਪੰਜਾਬੀ ਹਾਂ ਤਾਂ ਅਸੀਂ ਪੰਜਾਬ ਨੂੰ ਇੱਕ ਆਦਰਸ਼ ਪ੍ਰਾਂਤ, ਆਦਰਸ਼ ਧਰਤੀ ਬਣਾ ਕੇ ਦਿਖਾਈਏ, ਕਿ ਇਹ ਵੀ ਸਾਡੇ ਗੁਰੂਆਂ ਪ੍ਰਤੀ ਸਮਝੋ ਇੱਕ ਸਾਡੀ ਸ਼ਰਧਾ ਹੀ ਹੋਗੀ, ਕਿ ਜੇ ਅਸੀਂ ਕਹਿੰਦੇ ਕਿ ਪੰਜਾਬ ਜਿੰਦਾ ਗੁਰਾਂ ਦੇ ਨਾਮ ਤੇ, ਜੇ ਅਸੀਂ ਇਹ ਦਿਖਾ ਸਕੀਏ ਕਿ ਹਾਂ ਅਸੀਂ ਪੰਜਾਬ ਨੂੰ, ਆਹ ਦੇਖੋ ਪੰਜਾਬ ਨੂੰ ਅਸੀਂ ਕਿੱਦਾਂ ਦਾ ਬਣਾ ਸਕਿਆ। ਸੋ ਇਹ ਵੀ ਇੱਕ ਬਹੁਤ ਬਹੁਤ ਵੱਡੀ ਸਾਡੀ ਸਮਝ ਲਓ ਕਿ ਸ਼ਰਧਾ ਦਾ ਰੂਪ ਹੋਏਗਾ। ਸਰ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਸਾਰੇ ਸਾਡੇ ਜਿਹੜੇ ਦੁਵਿਧਾਵਾਂ ਨੇ, ਸਮੱਸਿਆਵਾਂ ਨੇ, ਉਹਨਾਂ ਦਾ ਜਿਹੜਾ ਹੱਲ ਹੈ ਇੱਕ ਦਾਰੂ ਦੇ ਰੂਪ ਵਿੱਚ ਤੁਹਾਡੇ ਰਾਹੀਂ ਸਾਨੂੰ ਪ੍ਰਾਪਤ ਹੋਇਆ। ਤਾਂ ਸਰ ਇੱਕ ਸਭ ਵੱਲੋਂ ਇੱਕ ਰਿਕੁਐਸਟ ਹੈ, ਸਾਡੇ ਵੱਲੋਂ ਇੱਕ ਪਰਸਨਲ ਰਿਕੁਐਸਟ ਹੈ, ਕਿ ਤੁਸੀਂ ਜਿਹੜਾ ਗਾ ਕੇ ਤੁਸੀਂ ਜੋ ਆਪਣੀ ਨਜ਼ਮ ਜਿਹੜੀ ਪੇਸ਼ ਕਰਦੇ ਹੋ, ਸ਼ਾਇਦ ਉਹ ਬਹੁਤ ਹੀ ਜ਼ਿਆਦਾ ਉੱਚ ਪੱਧਰੀ ਇੱਕ ਮਾਹੌਲ ਸਿਰਜ ਦਿੰਦੀ ਹੈ। ਤਾਂ ਸਰ ਸਾਡੀ ਬੇਨਤੀ ਹੈ ਕਿ ਕੁਝ ਤੁਹਾਡੇ ਵੱਲੋਂ ਕੁਝ ਗਾ ਕੇ ਜੇ ਹੋ ਸਕੇ ਤੇ ਪਲੀਜ਼ ਸਰ। ਜੀ, ਮੈਂ ਬਹੁਤ ਸੋ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪਿਆਰ ਨਾਲ ਸੁਣਿਆ ਤੇ ਜੋ ਮੈਂ ਤੁਹਾਨੂੰ ਆਪਣਾ ਦਿਲ ਸਾਂਝਾ ਕੀਤਾ ਔਰ ਇਹ ਮੌਕਾ ਦਿੱਤਾ ਮੈਨੂੰ। ਤੇ ਮੈਂ ਤੁਹਾਨੂੰ ਇੱਕ ਮੇਰਾ ਗੀਤ ਹੈਗਾ ਕਿ ਜਗਾ ਦੇ ਮੋਮਬੱਤੀਆਂ, ਉੱਠ ਜਗਾ ਦੇ ਮੋਮਬੱਤੀਆਂ, ਨਿੱਕੇ ਨਿੱਕੇ ਸੋਨ ਪਰਚਮ ਲਫ਼ਜ਼ ਲੋ ਦੇ, ਇਹ ਸੁਰਾਂ ਪੁਰ ਸੋਜ਼ ਧਰਤੀਆਂ, ਉੱਠ ਜਗਾ ਦੇ ਮੋਮਬੱਤੀਆਂ। ਉਹ ਮੈਂ ਤੁਹਾਨੂੰ ਤਰਨਮ ਚ ਦੋ ਤਿੰਨ ਬੰਦ ਮੈਂ ਤੁਹਾਡੀ ਖਿਦਮਤ ਚ ਪੇਸ਼ ਕਰਾਂ। ਜਗਾ ਦੇ ਮੋਮਬੱਤੀਆਂ, ਉੱਠ ਜਗਾ ਦੇ ਮੋਮਬੱਤੀਆਂ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੁਪੱਤੀਆਂ, ਤੂੰ ਜਗਾ ਦੇ ਮੋਮਬੱਤੀਆਂ, ਉੱਠ ਜਗਾ ਦੇ ਮੋਮਬੱਤੀਆਂ। ਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ, ਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ, ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ। ਬਾਲ ਜੋਤਾਂ ਆਸ ਭਰੀਆਂ ਮਾਣ ਮੱਤੀਆਂ, ਉੱਠ ਜਗਾ ਦੇ ਮੋਮਬੱਤੀਆਂ,
तू जगा दे मोमबत्तियां। मन्निया के राज नेरे दा हठीला, मन्निया के राज नेरे दा हठीला, पर अजे जिਉਂਦਾ ਏ ਕਿਰਨਾਂ ਦਾ ਕਬੀਲਾ, ਪਰ ਅਜੇ ਜਿਉਂਦਾ ਏ ਕਿਰਨਾਂ ਦਾ ਕਬੀਲਾ। ਕਾਲਿਆਂ ਸਫਿਆਂ ਤੇ ਸਤਰਾਂ ਲਾਲ ਰੱਤੀਆਂ, ਉੱਠ ਜਗਾ ਦੇ ਮੋਮਬੱਤੀਆਂ, ਤੂੰ ਜਗਾ ਦੇ ਮੋਮਬੱਤੀਆਂ। ਵਾਵਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ, ਵਾਵਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ, ਪੱਤ ਚੜਾਨੇ ਝਾੜਨੇ ਮੁੜ ਮੁੜ ਕੇ ਪੱਤੇ, ਪੱਤ ਚੜਾਨੇ ਝਾੜਨੇ ਮੁੜ ਮੁੜ ਕੇ ਪੱਤੇ। ਪਰ ਇਸ ਦਾ ਮਤਲਬ ਇਹ ਨਹੀਂ, ਇਸ ਦਾ ਮਤਲਬ ਇਹ ਨਹੀਂ ਕਿ ਪੁੰਗਰਨਾ ਪੱਤੀਆਂ, ਉੱਠ ਜਗਾ ਦੇ ਮੋਮਬੱਤੀਆਂ, ਤੂੰ ਜਗਾ ਦੇ ਮੋਮਬੱਤੀਆਂ। ਪੌਣ ਵਿੱਚ ਨਿਤ ਵੱਧ ਰਹੀ ਵਿਸ਼ ਤੋਂ ਨਾ ਡਰਦੇ, ਕਿ ਹਵਾ ਵਿੱਚ ਜੋ ਨਿਤ ਜ਼ਹਿਰ ਵੱਧ ਰਹੀ ਆ ਉਹ ਤੋਂ ਡਰਦੇ ਨੇ। ਪੌਣ ਵਿੱਚ ਨਿਤ ਵੱਧ ਰਹੀ ਵਿਸ਼ ਤੋਂ ਨਾ ਡਰਦੇ, ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ, ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ। ਜ਼ਹਿਰ ਨੂੰ ਅੰਮ੍ਰਿਤ ਚ ਬਦਲੀ ਜਾਣ ਪੱਤੀਆਂ, ਉੱਠ ਜਗਾ ਦੇ ਮੋਮਬੱਤੀਆਂ, ਤੂੰ ਜਗਾ ਦੇ ਮੋਮਬੱਤੀਆਂ। ਬਹੁਤ ਬਹੁਤ ਸ਼ੁਕਰੀਆ ਜੀ ਸਰ, ਬਹੁਤ ਹੀ ਆਨੰਦ ਆਇਆ। ਤੁਸੀਂ ਸਾਡੀ ਇਸ ਵੈਬੀਨਾਰ ਸੀਰੀਜ਼ ਨੂੰ ਚਾਰ ਚੰਦ ਲਾਏ। ਬਹੁਤ ਬਹੁਤ ਸ਼ੁਕਰੀਆ। ਵੀ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਕਿ ਸਰ ਤੁਹਾਨੂੰ ਸਿਹਤ ਜਾਵੇ, ਤੰਦਰੁਸਤੀਆਂ, ਸ਼ਕਤੀਆਂ ਤੇ ਸਦਾ ਹੀ ਚੜ੍ਹਦੀ ਕਲਾ ਮਿਲੇ। ਤੇ ਹੁਣ ਸਾਡੇ ਕੋਲ ਕੰਗ ਸਰ ਜੀ ਕੁਝ ਕਹਿਣਾ ਚਾਹਣ ਤੇ ਕਹਿ ਸਕਦੇ ਆ ਜੀ। ਬੜੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ। ਬਹੁਤ ਪ੍ਰਸੰਨਤਾ ਹੋਈ ਪਾਤਰ ਜੀ ਦੇ ਵਿਚਾਰ ਸੁਣਨ ਤੇ, ਔਰ ਇਹਨਾਂ ਨੇ ਅੰਦੋਲਨ ਜਿਹੜਾ ਕਿਸਾਨ ਅੰਦੋਲਨ ਦਾ ਸਾਹਿਤਿਕ ਵਿਚਾਰਧਾਰਾ, ਇਹਨਾਂ ਦੇ ਨਜ਼ਰੀਆ ਕੀ ਹੈ, ਬਹੁਤ ਹੀ ਸੁੰਦਰ ਢੰਗ ਦੇ ਨਾਲ ਇਹਨਾਂ ਨੇ ਦੱਸਿਆ। ਪਹਿਲੀ ਅਚੀਵਮੈਂਟ ਜਿਹੜੀ ਹੈ ਜਿੰਨਾ ਇਹਨਾਂ ਬਿਆਨ ਕੀਤੀ, ਕਿ ਅਸੀਂ ਸਾਂਝੀ ਵਾਰਤਾ ਦੇ ਉਦੇਸ਼ ਨੂੰ ਲੈ ਕੇ ਇਸ ਦੇ ਵਿੱਚ ਸਫਲ ਹੋਏ। ਦੂਸਰੀ ਮੇਰੀ ਮਨ ਚ ਵਿਚਾਰ ਇਹ ਹੈ ਕਿ ਜਿਸ ਤਰ੍ਹਾਂ ਸਾਰੇ ਹਿੰਦੁਸਤਾਨ ਦੇ ਕਿਸਾਨ ਇਸ ਚੀਜ਼ ਨਾਲ ਜੁੜ ਰਹੇ ਨੇ, ਔਰ ਉਹਨਾਂ ਦੇ ਵਿੱਚ ਇੰਨੇ ਸਮੇਂ ਤੋਂ ਮੈਂ ਕਈ ਦਫਾ ਇਹ ਪ੍ਰਸ਼ਨ ਵੀ ਕਰਦਾ ਹੁੰਦਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਹਿੰਦੁਸਤਾਨ ਦੇ ਵਿੱਚ ਵੀ ਫੈਲਾਉਣ ਤੇ ਨਾਕਾਬ ਰਹੇ। ਇਸ ਕਿਸਾਨ ਅੰਦੋਲਨ ਨੇ ਜਿਸ ਤਰ੍ਹਾਂ ਹਰ ਇੱਕ ਪ੍ਰਦੇਸ਼ ਦੇ ਵਿੱਚ ਲੰਗਰ ਲੱਗ ਰਹੇ ਨੇ, ਉਸ ਨੇ ਇਹ ਜ਼ਾਹਰ ਕਰ ਦਿੱਤਾ ਹੈ, ਅਦਰ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਦੇਸ਼ ਨੂੰ ਪਹੁੰਚਾ ਦਿੱਤਾ ਹੈ। ਹਰ ਇੱਕ ਜ਼ਿਲ੍ਹੇ ਦੇ ਵਿੱਚ, ਪਿੰਡ ਦੇ ਵਿੱਚ ਹਿੰਦੁਸਤਾਨ ਦੇ, ਜਿਹੜਾ ਕਿ ਅਸੀਂ ਨਹੀਂ ਕਰ ਸਕੇ ਸਾਂ, ਇਸ ਅੰਦੋਲਨ ਕਿਸਾਨ ਅੰਦੋਲਨ ਨੇ ਅਚੀਵ ਕਰ ਲਿਆ ਹੈ। ਬਾਕੀ ਇਹ ਲਾਜ਼ ਨੂੰ ਵਾਪਸ ਲੈਣਾ ਉਹ ਤੇ ਅਚੀਵ ਹੋ ਹੀ ਜਾਏਗਾ, ਪਰੰਤੂ ਇਹ ਇੱਕ ਕਿਸਮ ਦੀ ਐਸੀ ਅਚੀਵਮੈਂਟ ਹੈ ਜਿਹੜਾ ਕਿ ਮੈਂ ਕਈ ਦਫਾ ਬਿਆਨ ਕਰਦਾ ਹੁੰਦਾ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਆਏ ਆਪਣੇ ਪੰਜਾਬ ਦਿੱਲੀ ਤੋਂ, ਹਾਂ ਬਹੁਤ ਘੱਟ ਲੋਕ ਇਸ ਨੂੰ ਜਾਣਦੇ ਸਨ, ਪਰੰਤੂ ਇਸ ਅੰਦੋਲਨ ਨੇ ਸਾਡੇ ਇਸ ਸਿੱਖੀ
ਮੈਸੇਜ ਨੂੰ ਥਾਂ ਥਾਂ ਦੇ ਵਿੱਚ ਪਹੁੰਚਾ ਦਿੱਤਾ ਹੈ। ਇਹ ਸਭ ਤੋਂ ਵੱਡੀ ਅਚੀਵਮੈਂਟ ਹੋਈ ਹੈ ਇਸ ਅੰਦੋਲਨ ਦੀ। ਬਿਲਕੁਲ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਦਾ, ਜਿਨ੍ਹਾਂ ਨੇ ਸਮਾਂ ਦਿੱਤਾ ਮੈਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ। ਬਹੁਤ ਕੈਂਥ ਸਾਹਿਬ ਦੀ ਗੱਲ ਬਿਲਕੁਲ ਸਹੀ ਆ ਕਿ ਲੋਕਾਂ ਨੇ ਸੰਗਤ ਪੰਗਤ ਆਪਣੇ ਅੱਖੀਂ ਦੇਖਿਆ ਉਹ ਸਾਰੀ ਕੁਛ ਨੂੰ, ਸਾਰੇ ਤੁਹਾਨੂੰ, ਔਰ ਸਮਝ ਲਓ ਕਿ ਬਾਬਾ ਨਾਨਕ ਦਾ ਉਹਨਾਂ ਨੇ ਮਿਹਰ ਬਰਸਦੀ ਆਪਣੇ ਨੈਣਾਂ ਨਾਲ ਦੇਖੀ ਔਰ ਸਾਰਿਆਂ ਨੇ ਮਹਿਸੂਸ ਕੀਤਾ। ਇਹ ਵਾਕਈ ਬਹੁਤ ਵੱਡੀ ਗੱਲ ਹੈ ਕਿ ਜਦੋਂ ਅਸੀਂ ਕੋਈ ਸੋਹਣਾ ਕੰਮ ਕਰਦੇ ਹਾਂ ਤਾਂ ਉਹਦੀ ਸ਼ੋਭਾ ਬਹੁਤ ਦੂਰ ਤੱਕ ਜਾਂਦੀ ਹੈ। ਫਿਰ ਲੋਕ ਪੁੱਛਦੇ ਵੀ ਇਹਨਾਂ ਦਾ ਪਿਤਾ ਕੌਣ ਆ, ਇਹਨਾਂ ਦਾ ਸਤਿਗੁਰੂ ਕੌਣ ਹੈ। ਤੋ ਸਹੀ ਗੱਲ ਹੈ ਕਿਹਾ ਜੀ ਕਿ ਉਹ ਲੋਕ ਉਹ ਗੁਰੂ ਸਾਹਿਬ ਦੇ ਸੁਨੇਹੇ ਤੱਕ ਸਾਡੇ ਵਿਵਹਾਰ ਤੋਂ ਟ੍ਰੇਸ ਕਰਦੇ ਕਰਦੇ ਉਹ ਉਸ ਨਾਲ ਮਹਿਸੂਸ ਕੀਤਾ ਉਸ ਸ਼ਕਤੀ ਨੂੰ, ਉਸ ਰਹਿਬਰੀ ਦੇ ਨੂਰ ਨੂੰ। ਬਿਲਕੁਲ ਸਹੀ ਤੁਹਾਡੀ ਗੱਲ ਹੈ ਜੀ ਸਰ। ਸਰ ਸਾਡੇ ਕੋਲ ਬੜੇ ਕਮੈਂਟ ਆ ਰਹੇ ਨੇ ਤੁਹਾਡੇ ਧੰਨਵਾਦ ਦੇ, ਤੁਹਾਡੇ ਸ਼ੁਕਰੀਆ ਦੇ, ਸੋ ਅਸੀਂ ਉਹਨਾਂ ਨੂੰ ਰੱਖ ਲੈਣਾ ਸਾਂਭ ਕੇ। ਇੱਕ ਕਾਪੀ ਅਸੀਂ ਤੁਹਾਨੂੰ ਮੇਲ ਵੀ ਕਰਨੀ ਹੈ, ਸ਼ਾਇਦ ਹੁਣ ਪੜ੍ਹੇ ਨਹੀਂ ਜਾਣਗੇ ਸਾਰੇ। ਸੋ ਸਰ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਬਹੁਤ ਬਹੁਤ ਥੈਂਕ ਯੂ। ਬਹੁਤ